15 ਅਪ੍ਰੈਲ ਨੂੰ ਹੈਗਾ ਵਾ ਹੁਣ ਕਲਾਸ 10th ਦਾ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ, ਯਾਨੀ ਕਿ ਸਰੀਰਕ ਸਿੱਖਿਆ ਦਾ ਪੇਪਰ ਕਲਾਸ 10th ਦਾ। ਤਾਂ ਸਾਡੇ ਕੋਲ ਇਹ ਪਿਛਲੇ ਸਾਲ ਦਾ ਬੋਰਡ ਦਾ ਕੁਐਸਚਨ ਪੇਪਰ ਆ, ਅਸੀਂ ਇਸ ਨੂੰ ਪੂਰਾ ਹੀ ਸੋਲਵ ਕਰ ਲਿਆ ਵਾ। ਤੇ ਹੁਣ ਚਲੋ ਤੁਹਾਡੀ ਤਿਆਰੀ ਕਰਾ ਦਿੰਨੇ ਆ, ਕਿਉਂਕਿ ਬੋਰਡ ਦੇ ਵਿੱਚ ਜਿਹੜਾ ਕੁਐਸਚਨ ਆਇਆ ਹੁੰਦਾ ਉਹ ਵੈਰੀ ਇੰਪੋਰਟੈਂਟ ਹੁੰਦਾ ਵਾ। ਠੀਕ ਹੈ, ਤਾਂ ਇਸੇ ਕਰਕੇ ਦੋਸਤੋ ਕੁਝ ਨਾ ਕੁਝ ਪ੍ਰਸ਼ਨ ਇਹਦੇ ਵਿੱਚ ਜਿਹੜੇ ਹੈਗੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੁਹਾਡੇ 15 ਤਰੀਕ ਦੇ ਐਗਜ਼ਾਮ ਦੇ ਵਿੱਚ। ਤਾਂ ਦੇਖ ਲਓ ਇਹ ਪਿਛਲੇ ਸਾਲ ਦਾ ਸਾਡੇ ਕੋਲ ਇਹ ਇੱਕ ਬੋਰਡ ਦਾ ਪੇਪਰ ਆ। ਠੀਕ ਹੈ ਜੀ, ਅਸੀਂ ਪੂਰਾ ਹੀ ਸੋਲਵ ਕਰ ਲਿਆ ਵਾ। ਤੇ ਚਲੋ ਹੁਣ ਦੇਖਦੇ ਹਾਂ। ਸਭ ਤੋਂ ਪਹਿਲਾਂ ਦੇਖ ਲਓ ਇਹ ਤੁਹਾਨੂੰ 50 ਨੰਬਰ ਦਾ ਪੇਪਰ ਆਏਗਾ, 3 ਘੰਟੇ ਦਾ ਸਮਾਂ ਮਿਲੇਗਾ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਪਹਿਲਾ ਪ੍ਰਸ਼ਨ ਕੀ ਹੈ ਤੁਹਾਡਾ, ਯੋਗ ਤੋਂ ਕੀ ਭਾਵ ਹੈ। ਠੀਕ ਹੈ, ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ, ਯੋਗ ਤੋਂ ਕੀ ਭਾਵ ਹੈ, ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਨੂੰ ਹੀ ਯੋਗ ਕਹਿੰਦੇ ਹਨ। ਠੀਕ ਹੈ, ਜਾਂ ਫਿਰ ਦੋਸਤੋ ਤੁਸੀਂ ਇਸ ਦਾ ਪ੍ਰੋਪਰ ਆਨਸਰ ਵੀ ਆਹ ਦੇਖ ਸਕਦੇ ਹੋ ਕਿ ਯੋਗ ਕੀ ਹੈ। ਤਾਂ ਇਹਦਾ ਆਨਸਰ ਆ ਦੇਖੋ ਲਿਖਿਆ ਹੋਇਆ ਵਾ, ਬਟ ਦੋਸਤੋ ਐਡਾ ਵੱਡਾ ਲਿਖਣ ਦੀ ਲੋੜ ਨਹੀਂ, 1 ਮਾਰਕਸ ਦਾ ਪ੍ਰਸ਼ਨ ਆ। ਤਾਂ ਤੁਸੀਂ ਕੀ ਕਰਨਾ ਵਾ, ਬਸ ਆਹੀ ਲਿਖ ਦੇਣਾ ਵਾ, ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਨੂੰ ਜਿਹੜਾ ਹੈਗਾ ਯੋਗ ਕਹਿੰਦੇ ਹਨ। ਜਾਂ ਫਿਰ ਦੋਸਤੋ ਤੁਸੀਂ ਆ ਵੀ ਲਿਖ ਸਕਦੇ ਹੋ ਅਗਰ ਤੁਸੀਂ ਵੱਡੇ ਦੇ ਵਿੱਚ ਲਿਖਣਾ ਵਾ ਕਿ ਯੋਗ ਕੀ ਹੈ। ਠੀਕ ਹੈ, ਪ੍ਰੋਪਰ ਇਹ ਦਿੱਤਾ ਹੋਇਆ ਆਨਸਰ। ਅੱਗੇ ਹੈ ਆਪਣਾ ਪ੍ਰਾਚੀਨ ਓਲੰਪਿਕ ਖੇਡਾਂ ਦੀ ਸ਼ੁਰੂਆਤ ਕਿਸ ਦੇਸ਼ ਵਿੱਚ ਹੋਈ ਸੀ। ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ, ਪ੍ਰਾਚੀਨ ਖੇਡਾਂ ਕਦੋਂ ਸ਼ੁਰੂ ਹੋਈਆਂ ਸੀ। ਪ੍ਰਾਚੀਨ ਓਲੰਪਿਕ ਖੇਡਾਂ 776 ਈਸਵੀ ਪੂਰਵ ਵਿੱਚ ਯੂਨਾਨ ਵਿੱਚ ਸ਼ੁਰੂ ਹੋਇਆ। ਠੀਕ ਹੈ, ਤਾਂ ਇਹਦਾ ਆਨਸਰ ਜਿਹੜਾ ਹੈਗਾ ਯੂਨਾਨ ਵਿੱਚ ਸ਼ੁਰੂ ਹੋਇਆ ਸੀ। ਠੀਕ ਹੈ, ਤਾਂ ਇਹਦਾ ਆਨਸਰ ਵੀ ਹੋ ਗਿਆ। ਤੀਸਰਾ ਪ੍ਰਸ਼ਨ, ਏਸ਼ੀਆਈ ਖੇਡਾਂ ਦਾ ਜਿਹੜਾ ਹੈਗਾ ਵਾ ਮਾਟੋ ਕੀ ਹੈ। ਠੀਕ ਹੈ, ਤਾਂ ਇਹਦਾ ਆਨਸਰ ਦੋਸਤੋ ਬੁੱਕ ਦੇ ਵਿੱਚ ਤਾਂ ਲੱਭ ਨਹੀਂ ਪਾਇਆ, ਬਟ ਮੈਂ ਗੂਗਲ ਦੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਇੱਥੇ ਆ ਦੱਸਿਆ ਵਾ ਏਸ਼ੀਅਨ ਖੇਡਾਂ ਦਾ ਜਿਹੜਾ ਹੈਗਾ ਮਾਟੋ ਕੀ ਹੈ। ਤਾਂ ਦੋਸਤੋ ਕਦੇ ਅੱਗੇ। ਠੀਕ ਹੈ, ਕਦੇ ਅੱਗੇ ਇਹ ਜੋ ਕਿ ਲੱਭਿਆ ਵਾ ਗੂਗਲ ਤੇ ਇੰਗਲਿਸ਼ ਦੇ ਵਿੱਚ ਦੋਸਤੋ ਇਸ ਤਰ੍ਹਾਂ ਸੀਗਾ, ਐਵਰ ਔਨਵਰਡ। ਠੀਕ ਹੈ ਜੀ, ਆਹ ਸੀਗਾ ਤੁਹਾਡਾ ਮੋਟੋ ਕਿਹਦਾ, ਏਸ਼ੀਅਨ ਗੇਮਸ ਦਾ, ਐਵਰ ਔਨਵਰਡ। ਤੇ ਇਸ ਨੂੰ ਪੰਜਾਬੀ ਦੇ ਵਿੱਚ ਆਪਾਂ ਕਹਾਂਗੇ ਕਦੇ ਅੱਗੇ। ਠੀਕ ਹੈ ਜੀ, ਤਾਂ ਇਹਦਾ ਆਨਸਰ ਜਿਹੜਾ ਹੈਗਾ ਇਹ ਹੋ ਜਾਏਗਾ, ਜੋ ਕਿ ਦੋਸਤੋ ਜਿਹੜਾ ਹੈਗਾ ਗੁਰੂ ਦੱਤ ਸੋਂਦੀ ਦੁਆਰਾ ਜਿਹੜਾ ਹੈਗਾ 1949 ਈਸਵੀ ਵਿੱਚ ਜਿਹੜਾ ਹੈਗਾ ਏਸ਼ੀਅਨ ਗੇਮਸ ਫੈਡਰੇਸ਼ਨ ਦੀ ਸਿਰਜਣਾ ਤੋਂ ਬਾਅਦ ਤਿਆਰ ਕੀਤਾ ਗਿਆ ਸੀ। ਠੀਕ ਹੈ ਜੀ, ਤਾਂ ਇਹਦਾ ਆਨਸਰ ਇਹ ਹੋ ਜਾਏਗਾ। ਠੀਕ ਹੈ ਜੀ, ਇਹ ਆਪਣਾ ਪ੍ਰਸ਼ਨ ਦਾ ਆਨਸਰ ਇਹ ਹੋ ਗਿਆ। ਤੇ ਅੱਗੇ ਹੈ ਦੋਸਤੋ ਚੌਥਾ ਪ੍ਰਸ਼ਨ, ਅਗਰ ਤੁਹਾਨੂੰ ਲੱਗਦਾ ਕਿ ਕੁਝ ਹੋਰ ਆ ਮਾਟੋ ਇਹਦਾ ਤਾਂ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ, ਕਿਉਂਕਿ ਆਹ ਗਾਈਡ ਦੇ ਵਿੱਚ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਮਿਲ ਨਹੀਂ ਪਾਇਆ ਮੈਨੂੰ ਏਸ਼ੀਅਨ ਖੇਡਾਂ ਦਾ। ਠੀਕ ਹੈ ਜੀ, ਮਾਟੋ ਇਹ ਮੈਂ ਗੂਗਲ ਤੋਂ ਲੱਭ ਕੇ ਤੁਹਾਨੂੰ ਕਰਵਾਇਆ ਵਾ। ਤੇ ਅੱਗੇ ਹੈ ਚੌਥਾ ਪ੍ਰਸ਼ਨ ਕਿ ਪਦਮ ਆਸਨ ਦਾ ਕੋਈ ਇੱਕ ਲਾਭ ਦੱਸੋ। ਠੀਕ ਹੈ ਜੀ, ਪਦਮ ਆਸਨ ਦਾ ਤਾਂ ਦੇਖਦੇ ਹਾਂ ਦੋਸਤੋ ਪਦਮ ਆਸਨ ਦਾ। ਤਾਂ ਦੇਖ ਲਓ ਪਦਮ ਆਸਨ ਦੇ ਲਾਭ, ਤਾਂ ਦੇਖੋ ਕਿ ਇਹ ਸਭ ਤੋਂ ਪਹਿਲਾਂ ਇਹ ਕਮਰ ਦਰਦ ਨੂੰ ਦੂਰ ਕਰਦਾ ਹੈ। ਠੀਕ ਹੈ, ਵਾਰ-ਵਾਰ ਪਿਸ਼ਾਬ ਆਉਣਾ ਇਹ ਬੰਦ ਹੋ ਜਾਂਦਾ ਹੈ। ਠੀਕ ਹੈ ਜੀ, ਤਾਂ ਤੁਸੀਂ ਕੋਈ ਇੱਕ ਲਿਖ ਦੇਣਾ ਵਾ। ਅੱਗੇ ਹੈ ਸਾਹ ਕਿਰਿਆ ਤੋਂ ਕੀ ਭਾਵ ਹੈ। ਠੀਕ ਹੈ ਜੀ, ਤਾਂ ਦੇਖਦੇ ਹਾਂ ਆਨਸਰ ਇਸ ਦਾ। ਦੇਖੋ ਸਾਹ ਕਿਰਿਆ ਕਿਸ ਨੂੰ ਕਹਿੰਦੇ ਹਨ ਜਾਂ ਫਿਰ ਕੀ ਹੈ ਸਾਹ ਕਿਰਿਆ। ਤਾਂ ਦੇਖੋ ਸਾਹ ਕਿਰਿਆ ਦੋ ਕਿਰਿਆਵਾਂ ਦਾ ਮੇਲ ਹੈ, ਸਾਹ ਅੰਦਰ ਲੈ ਜਾਣ ਦੀ ਕਿਰਿਆ ਜਿਸ ਨੂੰ ਉਛਵਾਸ ਕਿਰਿਆ ਯਾਨੀ ਕਿ ਇੰਸਪੀਰੇਸ਼ਨ ਕਹਿੰਦੇ ਹਨ, ਅਤੇ ਸਾਹ ਬਾਹਰ ਕੱਢਣ ਦੀ ਕਿਰਿਆ ਜਿਸ ਨੂੰ ਨਿਰਸਵਾਹ ਕਿਰਿਆ ਕਹਿੰਦੇ ਹਨ। ਠੀਕ ਹੈ, ਸਾਹ ਕਿਰਿਆ ਦਾ ਮਨੁੱਖੀ ਜੀਵਨ ਲਈ ਵਿਸ਼ੇਸ਼ ਮਹੱਤਵ ਹੈ। ਆਮ ਅਰੋਗੀ ਵਿਅਕਤੀ ਪ੍ਰਤੀ ਮਿੰਟ ਵਿੱਚ 20 ਤੋਂ 22 ਵਾਰ ਸਾਹ ਲੈਂਦਾ ਹੈ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ ਸਾਹ ਕਿਰਿਆ ਦਾ। ਅੱਗੇ ਹੈ ਆਪਣਾ ਪ੍ਰਸ਼ਨ, ਫੇਫੜਾ ਸ਼ਕਤੀ ਕਿਸ ਯੰਤਰ ਨਾਲ ਮਾਪੀ ਜਾਂਦੀ ਹੈ। ਠੀਕ ਹੈ ਜੀ, ਤਾਂ ਇਹਦਾ ਆਨਸਰ ਦੇਖਦੇ ਹਾਂ ਆਪਾਂ। ਫੇਫੜਾ ਸ਼ਕਤੀ, ਜਿਵੇਂ ਕਿ ਆ ਦੇਖ ਸਕਦੇ ਹੋ, ਫੇਫੜਾ ਦੀ ਇਸ ਸ਼ਕਤੀ ਜਾਂ ਸਮਰੱਥਾ ਨੂੰ ਮਾਪਣ ਲਈ ਸਪਾਇਰੋਮੀਟਰ ਯੰਤਰ ਦਾ ਜਿਹੜਾ ਹੈਗਾ ਪ੍ਰਯੋਗ ਕੀਤਾ ਜਾਂਦਾ ਹੈ। ਠੀਕ ਹੈ ਜੀ, ਤਾਂ ਇਹ ਵੀ ਆਨਸਰ ਹੋ ਗਿਆ। ਅਗਲਾ ਪ੍ਰਸ਼ਨ ਕੀ ਹੈ ਆਪਣਾ, ਕੀ ਇਹ ਹੋ ਗਿਆ ਹਾਂਜੀ। ਹੁਣ ਹੈ ਰਕਤ ਕਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਤਾਂ ਦੇਖ ਲਓ ਦੋਸਤੋ ਰਕਤ ਕਣ ਜਿਹੜੇ ਹੈਗੇ ਆ ਕਿੰਨੇ ਪ੍ਰਕਾਰ ਦੇ ਹੁੰਦੇ ਹਨ, ਤਾਂ 3 ਪ੍ਰਕਾਰ ਦੇ ਹੁੰਦੇ ਹਨ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅਗਲਾ ਪ੍ਰਸ਼ਨ ਕੀ ਹੈ, ਮਲ ਨਿਕਾਸ ਪ੍ਰਣਾਲੀ ਕੀ ਹੁੰਦੀ ਹੈ, ਜਾਂ ਫਿਰ ਦੋਸਤੋ ਮਲ ਤਿਆਗ ਪ੍ਰਣਾਲੀ। ਠੀਕ ਹੈ ਜੀ, ਤੁਹਾਡੇ ਬੁੱਕ ਦੇ ਵਿੱਚ ਦੋਸਤੋ ਮਲ ਤਿਆਗ ਪ੍ਰਣਾਲੀ ਦਿੱਤੀ ਹੋਈ ਹੈ, ਗੱਲ ਇੱਕ ਹੀ ਹੈ ਦੋਸਤੋ। ਜਿਵੇਂ ਕਿ ਇੰਗਲਿਸ਼ ਦੇ ਵਿੱਚ ਐਕਸਕ੍ਰੀਟਰੀ ਸਿਸਟਮ ਕੀ ਹੁੰਦਾ ਹੈ, ਇਸ ਨੂੰ ਦੋਸਤੋ ਮਲ ਤਿਆਗ ਪ੍ਰਣਾਲੀ ਜਾਂ ਫਿਰ ਮਲ ਨਿਕਾਸ ਪ੍ਰਣਾਲੀ ਕਹਿੰਦੇ ਆ, ਗੱਲ ਇੱਕ ਹੀ ਆ। ਠੀਕ ਹੈ, ਤਾਂ ਦੇਖੋ ਮਲ ਤਿਆਗ ਪ੍ਰਣਾਲੀ ਜਾਂ ਫਿਰ ਮਲ ਨਿਕਾਸ ਪ੍ਰਣਾਲੀ ਉਸ ਪ੍ਰਬੰਧ ਨੂੰ ਕਹਿੰਦੇ ਹਨ ਜਿਸ ਦੁਆਰਾ ਸਰੀਰ ਵਿੱਚ ਫਾਲਤੂ ਅਤੇ ਹਾਨੀਕਾਰਕ ਪਦਾਰਥਾਂ ਦਾ ਨਿਕਾਸ ਹੁੰਦਾ ਹੈ। ਦੇਖ ਲਓ ਆ ਗਿਆ ਨਾ ਨਿਕਾਸ ਇੱਥੇ, ਤਾਂ ਗੱਲ ਇੱਕ ਹੀ ਆ। ਠੀਕ ਹੈ, ਤੁਸੀਂ ਡਰਨ ਦੀ ਕੋਈ ਲੋੜ ਨਹੀਂ, ਆਹੀ ਪ੍ਰਸ਼ਨ ਦਾ ਆਨਸਰ ਤੁਸੀਂ ਇਸ ਨੂੰ ਲਿਖ ਦੇਣਾ ਵਾ ਉੱਤਰ। ਅਗਲਾ ਦੋਸਤੋ ਪ੍ਰਸ਼ਨ ਕੀ ਆਪਣਾ ਇੱਥੇ ਮਲ ਨਿਕਾਸ ਹੋ ਗਿਆ। ਤੇ ਅੱਗੇ ਪ੍ਰੋਟੀਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਠੀਕ ਹੈ ਜੀ, ਤਾਂ ਦੇਖ ਲਓ ਦੋਸਤੋ ਪ੍ਰੋਟੀਨ ਜਿਹੜੇ ਹੈਗੇ ਆ ਕਿੰਨੇ ਪ੍ਰਕਾਰ ਦੇ ਹੁੰਦੇ ਹਨ, ਉਹਨਾਂ ਦੇ ਨਾਮ ਵੀ ਦੱਸ ਦਿੰਦੇ ਆ ਤੁਹਾਨੂੰ। ਪ੍ਰੋਟੀਨ ਜਿਹੜੇ ਹੈਗੇ 2 ਪ੍ਰਕਾਰ ਦੇ ਹੁੰਦੇ ਹਨ, ਪਸ਼ੂ ਪ੍ਰੋਟੀਨ ਅਤੇ ਬਨਸਪਤੀ ਪ੍ਰੋਟੀਨ। ਅਗਲਾ ਆਪਣਾ ਪ੍ਰਸ਼ਨ ਕੀ ਇੱਥੇ ਕਿ ਇੱਕ ਸਧਾਰਨ ਵਿਅਕਤੀ ਨੂੰ ਰੋਜ਼ਾਨਾ ਕਿੰਨੇ ਗ੍ਰਾਮ ਚਰਬੀ ਲੈਣੀ ਚਾਹੀਦੀ ਹੈ। ਠੀਕ ਹੈ ਜੀ, ਤਾਂ ਦੇਖ ਲਓ ਦੋਸਤੋ ਸਾਡੇ ਭੋਜਨ ਵਿੱਚ ਚਰਬੀ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ, ਤਾਂ 50 ਤੋਂ 70 ਗ੍ਰਾਮ ਹੋਣੀ ਚਾਹੀਦੀ ਹੈ। ਇਹਦਾ ਆਨਸਰ ਦੋਸਤੋ ਇਹ ਆ ਜਾਏਗਾ। ਠੀਕ ਹੈ ਜੀ, ਅਗਲਾ ਪ੍ਰਸ਼ਨ ਦਾ ਆਨਸਰ ਦੇਖੋ ਦੋਸਤੋ ਕੀ ਇੱਥੇ ਆਪਣਾ ਇਹ ਹੋ ਗਿਆ 10ਵਾਂ ਪ੍ਰਸ਼ਨ। ਤੇ ਹੁਣ ਹੈਗਾ ਆਪਣਾ ਸਰੀਰ ਵਿੱਚ ਗੁਰਦੇ ਦੇ ਕੀ ਕੰਮ ਕਰਦੇ ਹਨ। ਤਾਂ ਦੇਖਦੇ ਹਾਂ ਆਨਸਰ ਦੋਸਤੋ ਇਹਦਾ, ਸਰੀਰ ਵਿੱਚ ਗੁਰਦੇ ਜਿਹੜੇ ਹੈਗੇ ਕੀ ਕੰਮ ਕਰਦੇ ਹਨ, ਯਾਨੀ ਕਿ ਨਾਰਮਲ ਦੇ ਵਿੱਚ ਅਸੀਂ ਕਹੀਏ ਕਿ ਗੁਰਦਿਆਂ ਦੇ ਕੰਮ ਦੱਸਣੇ ਆ ਤੁਸੀਂ। ਤਾਂ ਦੇਖੋ ਡਿਸਕ੍ਰਾਈਬ ਦਾ ਫੰਕਸ਼ਨ ਆਫ ਕਿਡਨੀਜ਼। ਠੀਕ ਹੈ, ਇੰਗਲਿਸ਼ ਦੇ ਵਿੱਚ ਉਸ ਨੂੰ ਕਿਡਨੀਜ਼ ਕਹਿੰਦੇ ਆ ਤੇ ਪੰਜਾਬੀ ਦੇ ਵਿੱਚ ਉਸ ਨੂੰ ਗੁਰਦੇ ਕਹਿੰਦੇ ਆ। ਤਾਂ ਦੇਖੋ ਉੱਤਰ ਕੀ ਹੈ, ਗੁਰਦੇ ਜਿਹੜੇ ਹੈਗੇ ਆ ਢਿੱਡ ਦੇ ਪਿੱਛੇ ਵੱਲ ਹੁੰਦੇ ਹਨ, ਇਹ ਸੰਖਿਆ ਵਿੱਚ 2 ਹੁੰਦੇ ਹਨ। ਇਹਨਾਂ ਦਾ ਜਿਹੜਾ ਹੈਗਾ ਆਕਾਰ ਸੇਮ ਦੇ ਬੀਜ ਵਰਗਾ ਹੁੰਦਾ ਹੈ। ਕੰਮ ਦੇਖੋ ਕੀ ਹੈ, ਇਹਨਾਂ ਦੁਆਰਾ ਜਿਹੜਾ ਹੈਗਾ ਪਿਸ਼ਾਬ ਵਿੱਚ ਯੂਰੀਆ, ਯੂਰਿਕ ਐਸਿਡ ਅਤੇ ਖਣਿਜ ਲੂਣ ਪਿਸ਼ਾਬ ਦੇ ਰੂਪ ਵਿੱਚ ਸਰੀਰ ਤੋਂ ਜਿਹੜਾ ਹੈਗਾ ਬਾਹਰ ਆਉਂਦੇ ਹਨ। ਇਹ ਖੂਨ ਵਿੱਚ ਪਾਣੀ ਦੀ ਮਾਤਰਾ ਨੂੰ ਸਮਾਨ ਰੱਖਦੇ ਹਨ।
ਹਨ। ਇਸ ਦੇ ਫਲਸਰੂਪ ਜਿਹੜਾ ਹੈਗਾ ਸਰੀਰ ਵਿੱਚ ਐਸਿਡ ਅਤੇ ਖਾਰ ਦੀ ਮਾਤਰਾ ਵਿੱਚ ਜਿਹੜੀ ਹੈਗੀ ਆ ਸਮਾਨਤਾ, ਠੀਕ ਹੈ ਜੀ, ਰਹਿੰਦੀ ਹੈ। ਠੀਕ ਹੈ, ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅਗਲਾ ਪ੍ਰਸ਼ਨ ਕੀ ਹੈ, ਲਹੂ ਦਬਾਅ ਕਿਸ ਨੂੰ ਕਹਿੰਦੇ ਹਨ। ਠੀਕ ਹੈ, ਤਾਂ ਲਹੂ ਦਬਾਅ ਦੇਖ ਲਓ ਦੋਸਤੋ ਕਿਸ ਨੂੰ ਕਹਿੰਦੇ ਹਨ। ਆ ਦੇਖੋ ਲਹੂ ਆ ਇਹ, ਠੀਕ ਹੈ, ਇਹ ਨਾ ਟਿਕ ਲਾ ਦਿੱਤਾ ਇਸ ਲਈ ਦੋਸਤੋ ਪੂਰਾ ਲਿਖਿਆ ਨਹੀਂ ਹੋਇਆ, ਬਟ ਇਹ ਲਹੂ ਦਬਾਅ ਹੀ ਲਿਖਿਆ ਹੋਇਆ ਵਾ। ਠੀਕ ਹੈ, ਲਹੂ ਦਾ ਦਬਾਅ ਕੀ ਹੁੰਦਾ ਹੈ, ਤਾਂ ਦੇਖੋ ਵਟ ਇਜ਼ ਬਲੱਡ ਪ੍ਰੈਸ਼ਰ। ਠੀਕ ਹੈ, ਤਾਂ ਦੇਖੋ ਸ਼ਿਰਾਵਾਂ, ਧਮਨੀਆਂ ਅਤੇ ਰਤ ਰਵਾਲਾਂ ਦੀ ਮਦਦ ਨਾਲ ਖੂਨ ਸਰੀਰ ਦੇ ਜਿਹੜੇ ਹੈਗਾ ਭਿੰਨ ਅੰਗਾਂ ਵਿੱਚ ਦੌਰਾ ਕਰਦਾ ਹੈ। ਸਿਰਾਵਾਂ ਵਿੱਚ ਸ਼ੁੱਧ ਅਤੇ ਧਮਨੀਆਂ ਵਿੱਚ ਅਸ਼ੁੱਧ ਲਹੂ ਕਣ ਚੱਕਰ ਲਗਾਉਂਦੇ ਹਨ। ਇਸ ਦੌਰੇ ਵਿੱਚ ਖੂਨ ਨਾਲੀਆਂ ਦੀਆਂ ਜਿਹੜੀਆਂ ਕੰਧਾਂ ਨਾਲ ਟਕਰਾਉਂਦੀਆਂ ਹਨ, ਜਿਸ ਨਾਲ ਦੋਸਤੋ ਦਬਾਅ ਵੱਧਦਾ ਹੈ। ਇਹ ਦਬਾਅ ਘੱਟ ਹੁੰਦਾ ਹੈ ਤਾਂ ਫਿਰ ਲਹੂ ਅੱਗੇ ਵੱਧਦਾ ਹੈ। ਖੂਨ ਦੀ ਇਸ ਵਧਣ ਅਤੇ ਘਟਣ ਦੀ ਹੋਣ ਦੀ ਕਿਰਿਆ ਨੂੰ ਹੀ ਲਹੂ ਦਾ ਦਬਾਅ ਜਿਹੜਾ ਹੈਗਾ ਵਾ ਕਹਿੰਦੇ ਹਨ, ਯਾਨੀ ਕਿ ਬਲੱਡ ਪ੍ਰੈਸ਼ਰ ਕਹਿੰਦੇ ਹਨ। ਇਸ ਦਬਾਅ ਨੂੰ ਜਿਹੜਾ ਹੈਗਾ ਵਾ ਮਾਪਣ ਲਈ ਸਫੀਗਿਨੋ ਮੈਨੋਮੀਟਰ ਦੇ ਜਿਹੜਾ ਹੈਗਾ ਵਾ ਯੰਤਰ ਦੀ ਜਿਹੜੀ ਹੈਗੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਤੁਸੀਂ ਆਹ ਡਾਇਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ। ਇਹ ਤੁਹਾਡਾ ਆਨਸਰ ਹੋ ਜਾਏਗਾ। ਅਗਲਾ ਪ੍ਰਸ਼ਨ ਕੀ ਹੈ, ਥਕਾਵਟ ਤੋਂ ਕੀ ਭਾਵ ਹੈ। ਠੀਕ ਹੈ, ਤਾਂ ਦੇਖਦੇ ਹਾਂ ਥਕਾਵਟ ਕੀ ਹੈ। ਤਾਂ ਦੋਸਤੋ ਥਕਾਵਟ ਕੀ ਹੈ ਕਿ ਮਾਸਪੇਸ਼ੀਆਂ ਵਿੱਚ ਕੰਮ ਕਰਨ ਦੀ ਸ਼ਕਤੀ ਦੀ ਘਾਟ ਥਕਾਵਟ ਅਖਵਾਉਂਦੀ ਹੈ। ਠੀਕ ਹੈ ਜੀ, ਜਦੋਂ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਲਗਾਤਾਰ ਕੰਮ ਕਰਦੀਆਂ ਹਨ ਤਾਂ ਉਹਨਾਂ ਵਿੱਚ ਲੈਕਟਿਨ ਐਸਿਡ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਸਰੀਰ ਥੱਕ ਜਾਂਦਾ ਹੈ। ਥਕਾਵਟ ਜ਼ਿਆਦਾ ਦੇਰ ਖੇਡਣ, ਤੁਰਨ ਜਾਂ ਫਿਰ ਜ਼ੋਰ ਵਾਲੇ ਕੰਮ ਕਰਨ ਨਾਲ ਹੁੰਦੀ ਹੈ। ਇਹ ਨੀਂਦ, ਆਰਾਮ, ਮਾਲਿਸ਼ ਅਤੇ ਮਨੋਰੰਜਨ ਕਿਰਿਆ ਨਾਲ ਦੂਰ ਕੀਤੀ ਜਾ ਸਕਦੀ ਹੈ। ਇਹ ਤੁਹਾਡਾ ਆਨਸਰ ਹੋ ਜਾਏਗਾ। ਅਗਲਾ ਪ੍ਰਸ਼ਨ ਕੀ ਹੈ, ਸਰੀਰ ਵਿੱਚ ਚਿਕਨਾਈ ਦੇ ਵਾਧੇ ਦੇ ਕੀ ਨੁਕਸਾਨ ਨੇ। ਤਾਂ ਚਿਕਨਾਈ ਤੇ ਆਪਣਾ ਦੋਸਤੋ ਫੈਟ, ਜਾਂ ਫਿਰ ਦੋਸਤੋ ਫੈਟ ਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ, ਚਰਬੀ, ਗੱਲ ਇੱਕ ਹੀ ਆ। ਠੀਕ ਹੈ ਜੀ, ਤਾਂ ਦੇਖ ਲਓ ਦੋਸਤੋ ਚਿਕਨਾਈ ਹੋਵੇ, ਜਿਵੇਂ ਕਿ ਤੁਸੀਂ ਦੇਖ ਵੀ ਸਕਦੇ ਹੋ, ਚਰਬੀ ਜਾਂ ਫਿਰ ਚਿਕਨਾਈ, ਗੱਲ ਇੱਕ ਹੀ ਆ, ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਫੈਟ ਕਹਿੰਦੇ ਆ ਤੇ ਪੰਜਾਬੀ ਦੇ ਵਿੱਚ ਉਸਨੂੰ ਚਿਕਨਾਈ ਵੀ ਕਹਿੰਦੇ ਤੇ ਚਰਬੀ ਵੀ ਕਹਿੰਦੇ ਆ। ਠੀਕ ਹੈ ਜੀ, ਤਾਂ ਦੋਸਤੋ ਚਰਬੀ ਜਾਂ ਫਿਰ ਚਿਕਨਾਈ ਦੋ ਤਰ੍ਹਾਂ ਦੀ ਹੁੰਦੀ ਹੈ, ਬਨਸਪਤੀ ਚਰਬੀ ਤੇ ਪਸ਼ੂ ਚਰਬੀ। ਠੀਕ ਹੈ, ਤਾਂ ਹੁਣ ਦੇਖੋ ਆਪਣਾ ਪ੍ਰਸ਼ਨ ਕੀ ਸੀਗਾ, ਹਾਂਜੀ ਇੱਕ ਵਾਰੀ ਪ੍ਰਸ਼ਨ ਦਿਖਾ ਦਿੰਦੇ ਆ। ਤਾਂ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਚਰਬੀ ਤੇ ਜਿਹੜਾ ਹੈਗਾ ਚਿਕਨਾਈ ਇੱਕ ਹੀ ਹੁੰਦੀ ਹੈ। ਤਾਂ ਇਹਦੇ ਵਿੱਚ ਦੋਸਤੋ ਇਹਨਾਂ ਨੇ ਆਹ ਪੁੱਛਿਆ ਹੋਇਆ ਵਾ ਆਪਣੇ ਤੋਂ ਕਿ ਸਰੀਰ ਵਿੱਚ ਚਿਕਨਾਈ ਦੇ ਵਾਧੇ ਦੇ ਕੀ ਨੁਕਸਾਨ ਨੇ। ਅਗਰ ਜ਼ਿਆਦਾ ਚਰਬੀ ਆਵੇ ਜਾਂ ਫਿਰ ਜ਼ਿਆਦਾ ਚਿਕਨਾਈ ਹੋਵੇ ਤਾਂ ਉਹਦੇ ਨੁਕਸਾਨ ਵੀ ਨੇ। ਆ ਦੇਖ ਲਓ ਆਹੀ ਪ੍ਰਸ਼ਨ ਹੈ ਇਹਦਾ ਆਨਸਰ, ਕਿ ਜ਼ਿਆਦਾ ਤਾਂ ਨਾਲ ਹਾਨੀਆਂ। ਠੀਕ ਹੈ ਜੀ, ਭੋਜਨ ਵਿੱਚ ਚਰਬੀ ਦੇ ਵਧੇਰੇ ਮਾਤਰਾ ਵੀ ਹਾਨੀਕਾਰਕ ਹੁੰਦੀ ਹੈ। ਤਾਂ ਕੀ ਨੇ, ਤਾਂ ਦੇਖੋ ਸਰੀਰ ਵਿੱਚ ਮੋਟਾਪਾ ਆ ਜਾਂਦਾ ਹੈ। ਠੀਕ ਹੈ ਜੀ, ਜ਼ਿਆਦਾ ਚਰਬੀ ਨਾਲ ਜਾਂ ਫਿਰ ਚਿਕਨਾਈ ਨਾਲ ਦਿਲ ਦਾ ਜਿਹੜਾ ਹੈਗਾ ਰੋਗ ਲੱਗ ਜਾਂਦਾ ਹੈ, ਹਾਜ਼ਮਾ ਖਰਾਬ ਹੋ ਜਾਂਦਾ ਹੈ। ਠੀਕ ਹੈ ਜੀ, ਆਪਣਾ ਕੀ ਲਿਖਿਆ ਦੋਸਤੋ, ਸ਼ੱਕਰ ਰੋਗ ਲੱਗ ਜਾਂਦਾ ਹੈ, ਯਾਨੀ ਕਿ ਜਿਹਨੂੰ ਆਪਾਂ ਡਾਇਬਟੀਜ਼ ਕਹਿੰਦੇ ਆ। ਪੇਟ ਵਿੱਚ ਜਿਹੜੀ ਹੈਗੀ ਪੱਥਰੀ ਯਾਨੀ ਕਿ ਸਟੋਨ ਬਣ ਜਾਂਦੀ ਹੈ, ਜਿਹਨੂੰ ਆਪਾਂ ਪੱਥਰੀ ਦੀ ਬਿਮਾਰੀ ਕਹਿੰਦੇ ਆ। ਠੀਕ ਹੈ ਜੀ, ਅਗਲਾ ਪ੍ਰਸ਼ਨ ਦੋਸਤੋ ਦੇਖੋ ਇਹ ਹੋ ਗਿਆ ਹੁਣ ਹੈ ਓਲੰਪਿਕ ਸੌਂਗ ਕੀ ਹੈ। ਠੀਕ ਹੈ ਜੀ, ਓਲੰਪਿਕ ਸੌਂਗ ਕੀ ਹੈ। ਤਾਂ ਦੇਖੋ ਦੋਸਤੋ ਓਲੰਪਿਕ ਸੌਂਗ ਕੀ ਹੈ, ਤਾਂ ਓਲੰਪਿਕ ਸੁਗੰਧ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਹੈਗਾ ਰੀਤ 1920 ਵਿੱਚ ਅੰਤਦੀਪ ਵਿਖੇ, ਠੀਕ ਹੈ ਜੀ, ਕੀ ਲਿਖਿਆ ਦੋਸਤੋ, ਅੰਤਦੀਪ ਵਿਖੇ ਸ਼ੁਰੂ ਹੋਈ। 1984 ਦੀਆਂ ਓਲੰਪਿਕ ਖੇਡਾਂ ਦੇ ਚਾਰਟ ਰੂਪ ਤੇ ਹਾਂਜੀ 63 ਵਿੱਚ ਕਿਹਾ ਗਿਆ ਹੈ ਕਿ ਮੇਜ਼ਬਾਨ ਰਾਸ਼ਟਰ ਦਾ ਇੱਕ ਖਿਡਾਰੀ ਆਪਣੇ ਖੱਬੇ ਹੱਥ ਵਿੱਚ ਓਲੰਪਿਕ ਝੰਡੇ ਦਾ ਜਿਹੜਾ ਹੈਗਾ ਕੋਨਾ ਫੜ ਕੇ ਅਤੇ ਆਪਣਾ ਸੱਜਾ ਹੱਥ ਖੜਾ ਕਰਕੇ ਹੇਠ ਲਿਖੇ ਸਹੁੰ ਚੁੱਕੇਗਾ। ਸਾਰੇ ਖਿਡਾਰੀਆਂ ਵੱਲ ਮੈਂ ਵਚਨ ਲੈਂਦਾ ਹਾਂ ਕਿ ਅਸੀਂ ਇਹਨਾਂ ਓਲੰਪਿਕ ਖੇਡਾਂ ਵਿੱਚ ਉਹਨਾਂ ਨਿਯਮਾਂ ਦਾ ਆਦਰ ਕਰਦੇ ਹਾਂ ਅਤੇ ਉਹਨਾਂ ਦੇ ਪਾਬੰਦ ਰਹਿੰਦੇ ਹਾਂ ਜੋ ਇਸ ਦੀ ਨਿਗਰਾਨੀ ਕਰਦੇ ਹਨ। ਖਿਡਾਰੀ ਦੀ ਸੱਚੀ ਭਾਵਨਾ ਨਾਲ ਖੇਡਾਂ ਦੇ ਗੌਰਵ ਅਤੇ ਸਾਰੀਆਂ ਟੀਮਾਂ ਦੇ ਸਨਮਾਨ ਲਈ ਭਾਗ ਲਵਾਂਗੇ। ਠੀਕ ਹੈ ਜੀ, ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅਗਲਾ ਪ੍ਰਸ਼ਨ ਦੋਸਤੋ ਕੀ ਹੈ, ਪੁਰਾਤਨ ਓਲੰਪਿਕ ਖੇਡਾਂ ਉੱਪਰ ਨੋਟ ਲਿਖੋ। ਠੀਕ ਹੈ ਜੀ, ਤਾਂ ਪੁਰਾਤਨ ਹੋਵੇ ਜਾਂ ਫਿਰ ਪ੍ਰਾਚੀਨ ਹੋਵੇ, ਠੀਕ ਹੈ ਜੀ, ਗੱਲ ਇੱਕ ਹੀ ਹੈ। ਜਿਵੇਂ ਕਿ ਦੇਖੋ ਪੁਰਾਤਨ ਓਲੰਪਿਕ ਖੇਡਾਂ 776 ਪੂਰਵ ਈਸਵੀ ਵਿੱਚ ਸ਼ੁਰੂ ਹੋਈਆਂ ਸਨ। ਠੀਕ ਹੈ ਜੀ, ਜਾਂ ਫਿਰ ਦੋਸਤੋ ਇਹਦੇ ਨਾਲ ਹੀ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਪ੍ਰਾਚੀਨ, ਠੀਕ ਹੈ ਜੀ, ਪ੍ਰਾਚੀਨ ਓਲੰਪਿਕ ਖੇਡਾਂ, ਜਿਵੇਂ ਕਿ ਤੁਸੀਂ ਆ ਦੇਖ ਸਕਦੇ ਹੋ ਪ੍ਰਾਚੀਨ ਓਲੰਪਿਕ ਖੇਡਾਂ 1776 ਈਸਵੀ ਪੂਰਵ ਵਿੱਚ ਜਿਹੜੀ ਹੈਗੇ ਯੂਨਾਨ ਦੇ ਓਲੰਪੀਆ ਨਾਮੀ ਨਗਰ ਵਿੱਚ ਆਰੰਭ ਹੋਈਆਂ ਸਨ। ਠੀਕ ਹੈ ਜੀ, ਤੁਹਾਨੂੰ ਕੁਐਸਚਨ ਪੇਪਰ ਦੇ ਵਿੱਚ ਦੋਸਤੋ ਹੋ ਸਕਦਾ ਕਿ ਇੱਥੇ ਜਿਵੇਂ ਕਿ ਪੁਰਾਤਨ ਲਿਖਿਆ ਹੋਇਆ ਨਾ ਜਾਂ ਫਿਰ ਪੁਰਾਤਨ ਆ ਜਾਵੇ ਜਾਂ ਪ੍ਰਾਚੀਨ ਆ ਜਾਵੇ, ਤੁਸੀਂ ਆਨਸਰ ਇੱਕ ਹੀ ਲਿਖਣਾ ਵਾ। ਠੀਕ ਹੈ ਜੀ, ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ ਵਾ। ਪੁਰਾਤਨ ਮਤਲਬ ਦੋਸਤੋ ਇਨੀਸ਼ੀਐਂਟ ਹੁੰਦਾ ਵਾ। ਠੀਕ ਹੈ ਜੀ, ਤੇ ਪ੍ਰਾਚੀਨ ਮਤਲਬ ਵੀ ਦੋਸਤੋ ਇਨੀਸ਼ੀਐਂਟ ਹੀ ਹੁੰਦਾ ਵਾ। ਠੀਕ ਹੈ, ਤਾਂ ਤੁਸੀਂ ਘਬਰਾਉਣਾ ਨਹੀਂ ਹੈਗਾ। ਠੀਕ ਹੈ ਜੀ, ਮਤਲਬ ਘਬਰਾਉਣਾ ਤਾਂ ਨਹੀਂ, ਮਤਲਬ ਇਹੀ ਆਨਸਰ ਆ। ਠੀਕ ਹੈ ਜੀ, ਪੁਰਾਤਨ ਵਾਲਾ ਜਿਵੇਂ ਕਿ ਤੁਸੀਂ ਆਨਸਰ ਆ ਦੇਖ ਸਕਦੇ ਹੋ ਕਿ ਪੁਰਾਤਨ ਓਲੰਪਿਕ ਬਾਰੇ ਨੋਟ ਕਿਹਾ ਸੀਗਾ, ਤੁਸੀਂ ਆ ਵੀ ਰੀਡ ਕਰ ਸਕਦੇ ਹੋ। ਠੀਕ ਹੈ ਜੀ, ਆਹ ਮੈਂ ਲੱਭਿਆ ਵਾ ਕਿਤੋਂ, ਤੁਸੀਂ ਇਸ ਨੂੰ ਵੀ ਰੀਡ ਕਰ ਸਕਦੇ ਹੋ। ਬਾਕੀ ਦੋਸਤੋ ਚਲੋ ਆਪਾਂ ਪ੍ਰਾਚੀਨ ਦੇ ਅਕੋਰਡਿੰਗ ਕਰਾਂਗੇ ਕਿ ਤੁਹਾਡੀ ਗਾਈਡ ਦੇ ਵਿੱਚ ਪ੍ਰਾਚੀਨ ਦੇ ਦਿੱਤਾ ਹੋਇਆ ਵਾ, ਤਾਂ ਇਸ ਲਈ ਮੈਂ ਦੁਬਾਰਾ ਦੱਸ ਦਿੰਦਾ, ਅਗਰ ਪ੍ਰਾਚੀਨ ਆ ਜਾਵੇ ਤੁਹਾਨੂੰ ਜਾਂ ਫਿਰ ਪੁਰਾਤਨ ਆ ਜਾਵੇ, ਤੁਸੀਂ ਇਹੀ ਲਿਖਣਾ ਵਾ ਜੋ ਮੈਂ ਤੁਹਾਨੂੰ ਹੁਣ ਦੱਸੂਗਾ। ਤਾਂ ਦੇਖੋ ਦੋਸਤੋ ਕੀ ਹੈ, ਪ੍ਰਾਚੀਨ ਓਲੰਪਿਕ ਖੇਡਾਂ ਜਿਵੇਂ ਕਿ 776 ਈਸਵੀ ਪੂਰਵ ਵਿੱਚ ਯੂਨਾਨ ਦੇ ਓਲੰਪੀਆ ਨਾਮੀ ਨਗਰ ਵਿੱਚ ਆਰੰਭ ਹੋਈਆਂ। ਇਹਨਾਂ ਖੇਡਾਂ ਨੂੰ ਆਰੰਭ ਕਰਨ ਦਾ ਜਿਹੜਾ ਹੈਗਾ ਸਿਹਰਾ ਜਿਹੜਾ ਹੈਗਾ ਦੋਸਤੋ ਇਫਟਿਸ ਅਤੇ ਜਿਹੜਾ ਹੈਗਾ ਵਾ ਕਲਾਉਸਥੈਨੀ, ਹਾਂਜੀ ਕੀ ਲਿਖਿਆ ਦੋਸਤੋ, ਕਲਾਉਸਥੈਨੀਤ ਨੂੰ ਦਿੱਤਾ ਜਾਂਦਾ ਹੈ। ਠੀਕ ਹੈ ਜੀ, ਇਹ ਅਗਸਤ ਅਤੇ ਸਤੰਬਰ ਮਹੀਨੇ ਦੀ ਪੁੰਨਿਆ ਦੀ ਰਾਤ ਨੂੰ ਆਰੰਭ ਹੋਇਆ। ਪਹਿਲੀਆਂ ਓਲੰਪਿਕ ਖੇਡਾਂ ਦੀ ਜੇਤੂ ਦਾ ਨਾਂ ਜਿਹੜਾ ਹੈਗਾ ਕੋਰਬਸ ਸੀ। ਇਹ ਖੇਡਾਂ ਹਰ ਸਾਲ ਦੇ ਬਾਅਦ ਜਿਹੜਾ ਹੈਗਾ ਪ੍ਰਬੰਧਿਤ ਕੀਤੀਆਂ ਜਾਂਦੀਆਂ ਹਨ। 394 ਈਪੀਯੂ ਵਿੱਚ ਜਿਹੜਾ ਹੈਗਾ ਰੋਮ ਸਮਰਾਟ ਹਾਂਜੀ ਕੀ ਲਿਖਿਆ ਦੋਸਤੋ, ਥੀਓਡੀਸੀਅਸ, ਠੀਕ ਹੈ ਜੀ,
ਥਿਓਡੀਅਸਿਸ ਦੇ ਹੁਕਮ ਨਾਲ। ਠੀਕ ਹੈ, ਤਾਂ ਇਸ ਦੀ ਪ੍ਰੋਨਾਊਂਸੀਏਸ਼ਨ ਤੁਸੀਂ ਕਰ ਲਿਓ, ਕਿਉਂਕਿ ਕਈ ਵਾਰੀ ਬੋਲਣ ਦੇ ਵਿੱਚ ਜਿਹੜੀ ਹੈਗੀ ਗਲਤ ਪ੍ਰੋਨਾਊਂਸੀਏਸ਼ਨ ਹੋ ਜਾਂਦੀ ਹੈ, ਤਾਂ ਤੁਸੀਂ ਇਸ ਨੂੰ ਰੀਡ ਕਰ ਲੈਣਾ ਵਾ। ਠੀਕ ਹੈ ਜੀ, ਦੇ ਹੁਕਮ ਨਾਲ ਇਹ ਖੇਡਾਂ ਜਿਹੜੀਆਂ ਹੈਗੀਆਂ ਬੰਦ ਹੋ ਗਈਆਂ। ਓਲੰਪੀਆ ਨਗਰ ਦੇ ਜਿਹੜੇ ਹੈਗੇ ਓਲੰਪੀਆ ਨਗਰ ਦੇ ਐਲਫਿਸ, ਠੀਕ ਹੈ ਜੀ, ਓਲੰਪੀਆ ਨਗਰ ਦੇ ਜਿਹੜੇ ਹੈਗੇ ਐਲਫਿਸ ਨਦੀ ਦੇ ਤੱਟ 'ਤੇ ਵਸਿਆ ਹੋਇਆ ਸੀ। ਠੀਕ ਹੈ ਜੀ, ਇਹ ਦੋਸਤੋ ਕੀ ਹੈ, ਇਹ ਦੋਸਤੋ ਜਿਹੜਾ ਹੈਗਾ ਵਾ ਏਲਿਸ ਰਾਜ ਦਾ ਜਿਹੜਾ ਹੈਗਾ ਪਵਿੱਤਰ ਨਗਰ ਸੀ। 1100 ਈਪੂ ਵਿੱਚ ਇਹਨਾਂ ਖੇਡਾਂ ਲਈ ਦੋਸਤੋ ਜਿਹੜਾ ਹੈਗਾ ਵਿਸ਼ੇਸ਼ ਜਗ੍ਹਾ ਬਣ ਗਈ, ਜਿਸ ਦੀ ਜਿਹੜੀ ਹੈਗੀ ਪੂਜਾ ਮੰਦਿਰ ਦੀ ਤਰ੍ਹਾਂ ਹੋਣ ਲੱਗੀ। ਓਲੰਪਿਕ ਖੇਡਾਂ ਦੇ ਸ਼ੁਰੂ ਹੋਣ ਤੇ ਸਾਰੇ ਜਿਹੜੇ ਹੈਗੇ ਯੂਨਾਨ ਵਿੱਚ ਲੜਾਈਆਂ ਬੰਦ ਹੋ ਜਾਂਦੀਆਂ ਸਨ ਅਤੇ ਓਲੰਪੀਆ ਨਗਰ ਵਿੱਚ ਕੋਈ ਵੀ ਜਿਹੜਾ ਹੈਗਾ ਵਾ ਸ਼ਸਤਰਾਂ ਦੇ ਨਾਲ, ਠੀਕ ਹੈ ਜੀ, ਪ੍ਰਵੇਸ਼ ਨਹੀਂ ਕਰ ਸਕਦਾ ਸੀ। ਇਹ ਖੇਡਾਂ ਯੂਨਾਨੀ ਦੇਵਤਾ ਜੀਅਸ ਦੇ ਨਾਲ ਜਿਹੜਾ ਹੈਗਾ ਸੰਬੰਧਿਤ ਹਨ। ਬਾਕੀ ਦੋਸਤੋ ਇਹਦਾ ਤੁਸੀਂ ਆਹ ਵੀ ਦੇਖ ਸਕਦੇ ਹੋ ਸਪੋਰਟਸ ਨਾਲ ਕੀ ਸੰਬੰਧਿਤ ਆ। ਦੇਖੋ ਪ੍ਰਾਚੀਨ ਓਲੰਪਿਕ ਖੇਡਾਂ ਵਿੱਚ ਜਿਹੜਾ ਹੈਗਾ ਪਹਿਲਾ ਦੌੜ ਯਾਨੀ ਕਿ ਰੇਸ ਹੁੰਦੀ ਸੀ। ਇਹ ਲਗਭਗ 100 ਗਜ ਲੰਬੀਆਂ ਸਨ। 724 ਈਪੂ ਵਿੱਚ ਜਿਹੜਾ ਹੈਗਾ ਵਾ ਹਾਂਜੀ 400 ਗਜ ਦੀ ਦੌੜ ਦਾ ਵਾਧਾ ਕੀਤਾ ਗਿਆ। ਠੀਕ ਹੈ, 15ਵੀਆਂ ਓਲੰਪਿਕ ਖੇਡਾਂ ਵਿੱਚ 3 ਮੀਲ ਦੀ ਦੌੜ ਦਾ ਵਾਧਾ ਕੀਤਾ ਗਿਆ। 18ਵੀਂ ਓਲੰਪਿਕਸ ਵਿੱਚ ਜਿਹੜਾ ਹੈਗਾ ਦੋਸਤੋ ਪੈਂਥਾਥਲੋਨ ਜਿਹੜਾ ਹੈਗਾ ਸ਼ੁਰੂ ਕੀਤੀ ਗਈ। ਇਸ ਵਿੱਚ ਜਿਹੜੀ ਹੈਗੀ ਲੰਮੀ ਛਾਲ ਅਤੇ 200 ਗਜ ਦੀ ਦੌੜ ਅਤੇ ਆਪਣਾ ਦੋਸਤੋ ਨੇਜਾ ਸੁੱਟਣਾ ਅਤੇ ਕੁਸ਼ਤੀਆਂ 5 ਖੇਡਾਂ ਰੱਖੀਆਂ ਗਈਆਂ। 25ਵੀਂ ਓਲੰਪਿਕਸ ਵਿੱਚ ਹੱਥ ਦੌੜ ਯਾਨੀ ਕਿ ਅਤੇ ਜਿਹੜਾ ਹੈਗਾ ਵਾ 30ਵੀਂ ਓਲੰਪਿਕਸ ਵਿੱਚ ਮੁੱਕੇਬਾਜ਼ੀ, ਪਾਣੀ ਦੀਆਂ ਖੇਡਾਂ, ਕੁਸ਼ਤੀਆਂ ਅਤੇ ਜਿਹੜਾ ਹੈਗਾ ਵਾ ਪੈਕੀਪਰੀਅਮ, ਠੀਕ ਹੈ ਜੀ, ਪੈਕੀਪਰੀਅਮ ਆਦਿ ਖੇਡਾਂ ਸ਼ਾਮਿਲ ਕੀਤੀਆਂ ਗਈਆਂ। ਇਹ ਖੇਡਾਂ 3 ਤੋਂ 5 ਦਿਨ ਤੱਕ ਚੱਲਦੀਆਂ ਸਨ। ਪਹਿਲੀਆਂ ਇਸਤਰੀਆਂ ਇਹਨਾਂ ਖੇਡਾਂ ਵਿੱਚ ਭਾਗ ਨਹੀਂ ਲੈ ਸਕਦੀਆਂ ਸਨ, ਪਰ ਬਾਅਦ ਵਿੱਚ ਇਸਤਰੀਆਂ ਲਈ ਵੀ ਦੋਸਤੋ ਦਰਵਾਜ਼ੇ ਖੋਲ੍ਹ ਦਿੱਤੇ ਗਏ। ਤਾਂ ਦੋਸਤੋ ਤੁਸੀਂ ਆਨਸਰ ਇਸ ਪ੍ਰਕਾਰ ਇਹ ਲਿਖ ਦੇਣਾ ਵਾ। ਅਗਲਾ ਦੋਸਤੋ ਪ੍ਰਸ਼ਨ ਕੀ ਇੱਥੇ, ਮਾਸਪੇਸ਼ੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ, ਕਿਸਮਾਂ ਦਾ ਜਿਹੜਾ ਹੈਗਾ ਵਾ ਵਰਣਨ ਵੀ ਕਰੋ। ਤਾਂ ਦੋਸਤੋ ਦੇਖੋ ਮਾਸਪੇਸ਼ੀਆਂ ਕਿੰਨੀਆਂ ਕਿਸਮਾਂ ਨੇ, ਤਾਂ ਦੋਸਤੋ ਮਾਸਪੇਸ਼ੀਆਂ ਦੀਆਂ 3 ਕਿਸਮਾਂ ਹੁੰਦੀਆਂ ਹਨ। ਤਾਂ ਵਰਣਨ ਕਰਦੇ ਹਾਂ। ਹੁਣ ਦੇਖੋ ਕਿ ਸਭ ਤੋਂ ਪਹਿਲਾਂ ਮਾਸਪੇਸ਼ੀ ਹੈਗੀ ਹੈ ਜਿਹੜੀ ਆਪਣੀ ਸਵੈ ਇੱਛਤ ਮਾਸਪੇਸ਼ੀ। ਠੀਕ ਹੈ ਜੀ, ਤਾਂ ਸਵੈ ਇੱਛਤ ਮਾਸਪੇਸ਼ੀ ਉਹ ਹਨ ਜੋ ਵਿਅਕਤੀ ਦੀ ਇੱਛਾ ਅਨੁਸਾਰ ਚੱਲਦੀਆਂ ਹਨ। ਉਹਨਾਂ ਨੂੰ ਜਿਵੇਂ ਸੂਚਨਾ ਮਿਲਦੀ ਹੈ ਉਹ ਉਸੇ ਤਰ੍ਹਾਂ ਹੀ ਕੰਮ ਕਰਦੀਆਂ ਹਨ। ਇਹ ਸਰੀਰ ਨੂੰ ਗਤੀ ਪ੍ਰਦਾਨ ਕਰਦੀਆਂ ਹਨ। ਇਹ ਸਰੀਰ ਨੂੰ ਸੰਭਾਲ ਕੇ ਰੱਖਦੀਆਂ ਹਨ। ਇਸ ਵਿੱਚ ਗਰਮੀ ਪੈਦਾ ਕਰਦੀਆਂ ਹਨ। ਇਹ ਲੱਤਾਂ ਅਤੇ ਬਾਹਾਂ ਵਿੱਚ ਪਾਈਆਂ ਜਾਂਦੀਆਂ ਹਨ। ਠੀਕ ਹੈ ਜੀ, ਤੇ ਦੂਸਰਾ ਹੈਗਾ ਦੋਸਤੋ ਅਨਿੱਛਤ ਮਾਸਪੇਸ਼ੀਆਂ। ਠੀਕ ਹੈ ਜੀ, ਯਾਨੀ ਕਿ ਇਹ ਮਾਸਪੇਸ਼ੀਆਂ ਵਿਅਕਤੀ ਦੇ ਵੱਸ ਵਿੱਚ ਨਹੀਂ ਹੁੰਦੀਆਂ। ਇਹ ਵਿਅਕਤੀ ਦੀ ਇੱਛਾ ਦੇ ਬਿਨਾਂ ਕੰਮ ਕਰਦੀਆਂ ਰਹਿੰਦੀਆਂ ਹਨ। ਇਹ ਵਿਅਕਤੀ ਦੇ ਸੁੱਤਿਆਂ ਵੀ ਕੰਮ ਕਰਦੀਆਂ ਰਹਿੰਦੀਆਂ ਹਨ। ਇਹ ਦਿਲ, ਜਿਗਰ ਅਤੇ ਅੰਤੜੀਆਂ ਵਿੱਚ ਪਾਈਆਂ ਜਾਂਦੀਆਂ ਹਨ। ਤੀਸਰਾ ਹੈ ਦੋਸਤੋ ਦਿਲ ਦੀਆਂ ਮਾਸਪੇਸ਼ੀਆਂ। ਠੀਕ ਹੈ ਜੀ, ਤਾਂ ਇਹ ਮਾਸਪੇਸ਼ੀਆਂ ਅਨਿੱਛਤ ਮਾਸਪੇਸ਼ੀਆਂ ਵਰਗੀਆਂ ਹੁੰਦੀਆਂ ਹਨ, ਪਰ ਇਹ ਲਗਾਤਾਰ ਕੰਮ ਕਰਨ ਨਾਲ ਵੀ ਥੱਕਦੀਆਂ ਹਨ। ਠੀਕ ਹੈ ਜੀ, ਤਾਂ ਇਹਦਾ ਆਨਸਰ ਇਹ ਲਿਖਿਆ ਹੋਇਆ ਇਹਨਾਂ ਨੇ। ਠੀਕ ਹੈ ਜੀ, ਅਗਲਾ ਦੋਸਤੋ ਤੁਹਾਡਾ ਇਹ ਪੁਆਇੰਟ ਹੋ ਗਿਆ। ਹੁਣ ਦੋਸਤੋ ਆਪਣਾ ਪ੍ਰਸ਼ਨ ਕੀ ਇੱਥੇ ਇਹ ਹੋ ਗਿਆ, ਇਹ ਵੀ ਹੋ ਗਿਆ। ਹਾਂਜੀ, ਹੁਣ ਹੈਗਾ ਦੋਸਤੋ ਨਵੀਨ ਓਲੰਪਿਕ ਖੇਡਾਂ ਦੇ ਕੀ ਨਿਯਮ ਹਨ। ਠੀਕ ਹੈ, ਨਵੀਨ ਓਲੰਪਿਕ ਖੇਡਾਂ ਦੇ ਨਿਯਮ। ਤਾਂ ਦੇਖੋ ਦੋਸਤੋ ਕੀ ਹੈ, ਆਹੀ ਤੁਹਾਡਾ ਪ੍ਰਸ਼ਨ ਆ ਸੇਮ, ਨਵੀਨ ਓਲੰਪਿਕ ਖੇਡਾਂ ਦੇ ਨਿਯਮ ਕੀ ਹਨ। ਤਾਂ ਉੱਤਰ ਦੇਖੋ ਨਵੀਨ ਓਲੰਪਿਕ ਖੇਡਾਂ ਦੇ ਨਿਯਮ। ਤਾਂ ਪਹਿਲਾ ਤਾਂ ਖੇਡਾਂ ਦੇ ਨਿਯਮ ਬਹੁਤ ਹੀ ਸਧਾਰਨ ਸਨ। ਕੋਈ ਵੀ ਵਿਅਕਤੀ ਇਹਨਾਂ ਦੇ ਵਿੱਚ ਭਾਗ ਲੈ ਸਕਦਾ ਸੀ। ਅਤੇ ਦੋਸਤੋ 1908 ਈਸਵੀ ਵਿੱਚ ਓਲੰਪਿਕ ਖੇਡਾਂ ਲੰਡਨ ਵਿੱਚ ਆਯੋਜਿਤ ਕੀਤੀਆਂ ਗਈਆਂ ਅਤੇ ਨਿਯਮਾਂ ਦਾ ਨਿਰਮਾਣ ਕੀਤਾ ਗਿਆ। ਇਹ ਨਿਯਮ ਇਸ ਪ੍ਰਕਾਰ ਹਨ। ਤਾਂ ਹਰੇਕ ਦੇਸ਼ ਜੋ ਓਲੰਪਿਕ ਖੇਡਾਂ ਦਾ ਮੈਂਬਰ ਹੈ, ਠੀਕ ਹੈ ਜੀ, ਆਪਣੇ ਕਿਸੇ ਵੀ ਦੇਸ਼ ਦੇ ਵਾਸੀ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਭੇਜ ਸਕਦਾ ਹੈ। ਦੂਸਰਾ, ਕੋਈ ਵੀ ਜਿਹੜਾ ਹੈਗਾ ਦੋਸਤੋ ਵਿਵਸਾਇਕ ਖਿਡਾਰੀ ਯਾਨੀ ਕਿ ਪ੍ਰੋਫੈਸ਼ਨਲ ਪਲੇਅਰ ਇਸ ਵਿੱਚ ਭਾਗ ਨਹੀਂ ਲੈ ਸਕਦਾ। ਇਸ ਗੱਲ ਦੀ ਪੁਸ਼ਟੀ ਉਸ ਦੀ ਰਾਸ਼ਟਰੀ ਕਮੇਟੀ ਕਰਦੀ ਹੈ। ਇਸ ਵਿਸ਼ੇ ਵਿੱਚ ਜਿਹੜਾ ਹੈਗਾ ਖਿਡਾਰੀ ਨੂੰ ਵੀ ਲਿਖ ਕੇ ਦੇਣਾ ਪੈਂਦਾ ਹੈ। ਠੀਕ ਹੈ ਜੀ, ਅੱਗੇ ਹੈ ਤੀਸਰਾ ਪੁਆਇੰਟ, ਇਸ ਵਿੱਚ ਭਾਗ ਲੈਣ ਵਾਲੇ ਖਿਡਾਰੀ ਦੇ ਉਮਰ, ਜਾਤੀ, ਧਰਮ ਆਦਿ ਦਾ ਪ੍ਰਤੀਬਿੰਬ ਜਿਹੜਾ ਹੈਗਾ ਵਾ ਨਹੀਂ ਹੈ। ਕੋਈ ਵੀ ਖਿਡਾਰੀ ਨਸ਼ੇ ਦੀ ਹਾਲਤ ਵਿੱਚ ਖੇਡ ਵਿੱਚ ਭਾਗ ਨਹੀਂ ਲੈ ਸਕਦਾ। ਠੀਕ ਹੈ ਜੀ, ਖਿਡਾਰੀ ਦੇ ਲਿੰਗ ਦੀ ਜਾਂਚ ਕੀਤੀ ਜਾਂਦੀ ਹੈ। ਅਤੇ 6ਵਾਂ ਪੁਆਇੰਟ, ਕਿਸੇ ਇੱਕ ਦੇਸ਼ ਵੱਲੋਂ ਭਾਗ ਲੈਣ ਵਾਲਾ ਖਿਡਾਰੀ ਕਿਸੇ ਦੂਸਰੇ ਰਾਸ਼ਟਰ ਵੱਲੋਂ ਭਾਗ ਨਹੀਂ ਲੈ ਸਕਦਾ। 7ਵਾਂ ਪੁਆਇੰਟ, ਜੇ ਕੋਈ ਨਵਾਂ ਦੇਸ਼ ਹੋਂਦ ਵਿੱਚ ਆਇਆ ਹੋਵੇ ਤਾਂ ਉਹ ਆਪਣਾ ਖਿਡਾਰੀ ਭੇਜ ਸਕਦਾ ਹੈ। ਇਹਨਾਂ ਖੇਡਾਂ ਦਾ ਪ੍ਰਬੰਧ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੁਆਰਾ ਜਿਹੜਾ ਹੈਗਾ ਕੀਤਾ ਜਾਂਦਾ ਹੈ। ਠੀਕ ਹੈ ਜੀ, ਅਤੇ ਇਸ ਕਮੇਟੀ ਵਿੱਚ ਹਰੇਕ ਜਿਹੜਾ ਹੈਗਾ ਦੇਸ਼ ਦਾ ਇੱਕ ਮੈਂਬਰ ਹੁੰਦਾ ਹੈ। ਪਰ ਜਿਸ ਦੇਸ਼ ਵਿੱਚ ਓਲੰਪਿਕ ਜਿਹੜਾ ਹੈਗਾ ਵਾ ਕਮੇਟੀਆਂ ਸਥਾਪਿਤ ਹੋਣ ਜਾਂ ਫਿਰ ਜਿੱਥੇ ਖੇਡਾਂ ਦਾ ਪ੍ਰਬੰਧ ਚੰਗੀ ਤਰ੍ਹਾਂ ਹੋਵੇ, ਉਸ ਦੇ 2 ਮੈਂਬਰ ਹੋ ਸਕਦੇ ਹਨ। ਇਸ ਕਮੇਟੀ ਦੇ 8 ਮੈਂਬਰ ਸਾਲ ਲਈ ਜਿਹੜਾ ਹੈਗਾ ਆਪਣੇ ਪ੍ਰਧਾਨ ਦੀ ਚੋਣ ਕਰਦੇ ਹਨ। ਠੀਕ ਹੈ, ਇਸ ਤੋਂ ਇਲਾਵਾ 4 ਸਾਲ ਲਈ ਉਪ ਪ੍ਰਧਾਨਾਂ ਦੀ ਚੋਣ ਕਰਦੇ ਹਨ। 5 ਹੋਰ ਮੈਂਬਰਾਂ ਵੀ ਇਸ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਹਨ। ਇਹ ਕਮੇਟੀ ਨਿਯਮ ਅਨੁਸਾਰ ਓਲੰਪਿਕ ਖੇਡਾਂ ਦਾ ਪ੍ਰਬੰਧ ਕਰਦੀ ਹੈ। ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ, ਜਿਹੜਾ ਕਿ ਪ੍ਰਸ਼ਨ ਸੀਗਾ ਤੁਹਾਡਾ ਨਵੀਨ ਓਲੰਪਿਕ ਦਾ। ਹੁਣ ਹੈਗਾ ਦੋਸਤੋ ਮਲ ਨਿਕਾਸ ਪ੍ਰਣਾਲੀ ਉੱਪਰ ਕਸਰਤ ਦਾ ਪ੍ਰਭਾਵ ਜਿਹੜਾ ਹੈਗਾ ਕੀ ਪੈਂਦਾ ਹੈ। ਤਾਂ ਦੇਖੋ
ਤਾਂ ਮਲ ਤਿਆਗ ਪ੍ਰਣਾਲੀ, ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ, ਮਲ ਤਿਆਗ ਪ੍ਰਣਾਲੀ ਜਾਂ ਫਿਰ ਮਲ ਨਿਕਾਸ ਪ੍ਰਣਾਲੀ ਇੱਕ ਹੀ ਆ, ਤਾਂ ਉਹਨਾਂ ਦੇ ਅੰਗਾਂ ਨੂੰ ਮੁੱਖ ਰੱਖਦੇ ਹੋਏ ਦੋਸਤੋ ਕਸਰਤ ਦੇ ਪ੍ਰਭਾਵ, ਠੀਕ ਹੈ, ਬਿਆਨ ਕਰੋ। ਤਾਂ ਦੇਖੋ ਕੀ ਆਨਸਰ ਇਹਦਾ, ਮਲ ਤਿਆਗ ਪ੍ਰਣਾਲੀ ਯਾਨੀ ਕਿ ਐਗਜ਼ੀਕਿਊਟਰੀ ਸਿਸਟਮ ਉਸ ਪ੍ਰਬੰਧ ਨੂੰ ਕਹਿੰਦੇ ਹਨ ਜਿਸ ਦੁਆਰਾ ਜਿਹੜਾ ਹੈਗਾ ਸਰੀਰ ਵਿੱਚੋਂ ਫਾਲਤੂ ਅਤੇ ਹਾਨੀਕਾਰਕ ਪਦਾਰਥਾਂ ਦਾ ਨਿਕਾਸ ਹੁੰਦਾ ਹੈ। ਜੇ ਇਹ ਜਿਹੜਾ ਹੈਗਾ ਦੋਸਤੋ ਫਜ਼ੂਲ ਅਤੇ ਹਾਨੀਕਾਰਕ ਪਦਾਰਥ ਸਰੀਰ ਵਿੱਚ ਹੀ ਜਮ੍ਹਾਂ ਰਹਿਣ ਤਾਂ ਦੋਸਤੋ ਕੀ ਹੈ, ਸਰੀਰ ਜਿਹੜਾ ਹੈਗਾ ਵਾ ਅਨੇਕਾਂ ਰੋਗਾਂ ਦਾ ਜਿਹੜਾ ਹੈਗਾ ਸ਼ਿਕਾਰ ਹੋ ਸਕਦਾ ਹੈ। ਇਹਨਾਂ ਬਾਹਰ ਆਉਣ ਵਾਲੇ ਪਦਾਰਥਾਂ ਵਿੱਚ ਯੂਰੀਆ, ਕਾਰਬਨ ਡਾਈਆਕਸਾਈਡ, ਪਸੀਨਾ ਅਤੇ ਪਾਣੀ ਪ੍ਰਮੁੱਖ ਹਨ। ਇਹਨਾਂ ਪਦਾਰਥਾਂ ਦਾ ਨਿਕਾਸ ਫੇਫੜਿਆਂ, ਗੁਰਦਿਆਂ ਅਤੇ ਚਮੜੀ ਅਤੇ ਸਕਿਨ ਜਿਹੜਾ ਹੈਗਾ ਅਤੇ ਅੰਤੜੀਆਂ ਰਾਹੀਂ ਹੁੰਦਾ ਹੈ, ਠੀਕ ਹੈ ਜੀ। ਕਸਰਤ ਦੇ ਪ੍ਰਭਾਵ ਤਾਂ ਦੇਖੋ ਕੀ ਹੈ, ਕਸਰਤ ਮਲ ਤਿਆਗ ਪ੍ਰਣਾਲੀ ਨੂੰ ਹੇਠ ਲਿਖੇ ਢੰਗ ਨਾਲ ਪ੍ਰਭਾਵਿਤ ਕਰਦੀ ਹੈ। ਸਭ ਤੋਂ ਪਹਿਲਾ ਪੁਆਇੰਟ, ਕਸਰਤ ਕਰਨ ਨਾਲ ਸਰੀਰ ਵਿੱਚ ਜਿਹੜੀ ਹੈਗੀ ਹਿਲਜੁਲ ਹੁੰਦੀ ਹੈ ਜਿਸ ਦੇ ਕਾਰਨ ਦੋਸਤੋ ਖੂਨ ਦੀ ਗਤੀ ਤੇਜ਼ ਹੋ ਜਾਂਦੀ ਹੈ। ਸਰੀਰ ਵਿੱਚ ਗੈਸਾਂ ਦੀ ਜਿਹੜੀ ਹੈਗਾ ਅਦਲਾ ਬਦਲੀ ਯਾਨੀ ਕਿ ਐਕਸਚੇਂਜ ਆਫ ਗੈਸਿਸ ਦੇ ਕਾਰਨ ਪੌਸ਼ਟਿਕ ਪਦਾਰਥ ਹਜਮ ਹੋ ਜਾਂਦੇ ਹਨ ਅਤੇ ਫਾਲਤੂ ਪਦਾਰਥ ਦਾ ਨਿਕਾਸ ਹੋ ਜਾਂਦਾ ਹੈ ਜਿਸ ਨਾਲ ਸਰੀਰ ਦਾ ਤਾਪਮਾਨ ਸਥਿਰ ਰਹਿੰਦਾ ਹੈ। ਦੂਸਰਾ, ਕਸਰਤ ਦੇ ਕਾਰਨ ਦੋਸਤੋ ਸਰੀਰ ਦੀਆਂ ਜਿਹੜੀ ਹੈਗੀਆਂ ਨੇ ਵੱਖ-ਵੱਖ ਮਾਸ ਪੇਸ਼ੀਆਂ ਨੂੰ ਕੰਮ ਕਰਨਾ ਪੈਂਦਾ ਹੈ। ਇਸ ਨਾਲ ਸਰੀਰ ਵਿੱਚ ਜਿਹੜਾ ਹੈਗਾ ਟੁੱਟ ਫੁੱਟ ਹੁੰਦੀ ਰਹਿੰਦੀ ਹੈ ਜਿਸ ਨਾਲ ਚਮੜੀ ਵਿੱਚੋਂ ਗੰਦਗੀ ਦਾ ਨਿਕਾਸ ਜਿਹੜਾ ਹੈਗਾ ਵਾ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਸਰੀਰ ਚਮੜੀ ਦੇ ਰੋਗਾਂ ਤੋਂ ਮੁਕਤ ਰਹਿੰਦਾ ਹੈ। ਤੀਸਰਾ, ਕਸਰਤ ਕਰਨ ਨਾਲ ਸਰੀਰ ਵਿੱਚ ਗੈਰ ਜ਼ਰੂਰੀ ਪਦਾਰਥਾਂ ਦੇ ਰੂਪ ਵਿੱਚ ਜ਼ਹਿਰੀਲੀਆਂ ਵਸਤੂਆਂ ਦਾ ਸਰੀਰ ਤੋਂ ਬਾਹਰ ਨਿਕਾਸ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਜ਼ਹਿਰੀਲੇ ਕੀਟਾਣੂ ਸਰੀਰ ਵਿੱਚ ਇਕੱਠੇ ਹੀ ਨਹੀਂ ਹੁੰਦੇ। ਸਰੀਰ ਵਿੱਚ ਇਹਨਾਂ ਜ਼ਹਿਰੀਲੇ ਕੀਟਾਣੂਆਂ ਦੇ ਵਿਰੁੱਧ ਸੰਘਰਸ਼ ਕਰਨ ਦੀ ਸ਼ਕਤੀ ਵੱਧਦੀ ਹੈ। ਚੌਥਾ, ਕਸਰਤ ਕਰਨ ਨਾਲ ਗੁਰਦੇ ਫਾਲਤੂ ਪਦਾਰਥ ਨੂੰ ਜਿਹੜਾ ਹੈਗਾ ਛਾਣ ਕੇ ਪਿਸ਼ਾਬ ਦੇ ਰੂਪ ਵਿੱਚ ਬਾਹਰ ਕੱਢਦੇ ਹਨ। ਇਸ ਤਰ੍ਹਾਂ ਇਹ ਇੱਕ ਛਾਨਣੀ ਦਾ ਕੰਮ ਕਰਦੇ ਹਨ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ ਪ੍ਰੋਪਰ, ਇੱਥੇ ਇਹ ਆਨਸਰ ਪੂਰਾ ਹੋ ਗਿਆ, ਠੀਕ ਹੈ ਜੀ। ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਦੇਖੋ ਕੀ ਇੱਥੇ ਪ੍ਰਸ਼ਨ ਬੀਮਾ ਵਾ ਤੁਹਾਡਾ ਕਿ ਸਾਡੇ ਭੋਜਨ ਵਿੱਚ ਫੋਕਟ ਦੀ ਕੀ ਮਹੱਤਤਾ ਹੈ, ਠੀਕ ਹੈ ਜੀ। ਆਹੀ ਪ੍ਰਸ਼ਨ ਹੈ ਨਾ, ਸਾਡੇ ਭੋਜਨ ਵਿੱਚ ਫੋਕਟ ਦੀ ਕੀ ਮਹੱਤਤਾ ਹੈ। ਤਾਂ ਇਹਦਾ ਆਨਸਰ ਦੇਖੋ ਦੋਸਤੋ, ਸਾਨੂੰ ਇਹ ਲੱਭਿਆ ਵਾ, ਫੋਕਟ ਸਾਡੇ ਸਰੀਰ ਲਈ ਬੜੇ ਹੀ ਲਾਭਦਾਇਕ ਹਨ। ਕਿਵੇਂ, ਠੀਕ ਹੈ ਜੀ। ਤਾਂ ਇਹੀ ਤੁਸੀਂ ਲਿਖ ਦਿਓ, ਸਾਨੂੰ ਮਿਲਦਾ ਜੁਲਦਾ ਇਹ ਹੈਗਾ ਵਾ ਪ੍ਰਸ਼ਨ, ਇਹਦਾ ਅੰਤਰ, ਠੀਕ ਹੈ। ਤਾਂ ਦੇਖੋ ਕੀ ਹੈ, ਫੋਕਟ ਸਰੀਰਕ ਵਾਧੇ ਤੇ ਸਰਦੀ ਲਈ ਦੋਸਤੋ ਅਸੀਂ ਸਰਦੀ ਲਈ ਅਸੀਂ ਸੰਤੁਲਿਤ ਭੋਜਨ ਖਾਂਦੇ ਹਾਂ ਜਿਨ੍ਹਾਂ ਵਿੱਚ ਭੋਜਨ ਦੇ ਸਾਰੇ ਤੱਤ ਠੀਕ ਮਾਤਰਾ ਵਿੱਚ ਜਿਹੜਾ ਕਿ ਹੋਣ, ਜਿਵੇਂ ਕਿ ਪ੍ਰੋਟੀਨ, ਕਾਰਬੋਹਾਈਡਰੇਟਸ, ਠੀਕ ਹੈ ਜੀ। ਤੇ ਅੱਗੇ ਦੋਸਤੋ ਇਹਨਾਂ ਨੇ ਕੀ ਲਿਖਿਆ, ਕਾਰਬੋਹਾਈਡਰੇਟਸ ਅੱਗੇ ਲਿਖਿਆ ਦੋਸਤੋ ਆਪਣਾ ਥਿੰਦਿਆਈ, ਖਣਿਜ, ਲੂਣ, ਪਾਣੀ ਤੇ ਵਿਟਾਮਿਨਸ। ਪਰ ਜੇ ਇਹ ਸਾਰੇ ਤੱਤ ਨਿਰੋਲ ਹੀ ਲਏ ਜਾਣ ਤਾਂ ਇਹਨਾਂ ਦਾ ਜਿਹੜਾ ਹੈਗਾ ਫਾਇਦਾ ਨਹੀਂ ਹੋ ਸਕਦਾ। ਸਰੀਰ ਵਿੱਚ ਜਿਸ ਗੰਦਗੀ ਨੇ ਬਾਹਰ ਨਿਕਲਣਾ ਹੈ ਉਹ ਵੀ ਨਹੀਂ ਨਿਕਲ ਸਕੇਗੀ, ਠੀਕ ਹੈ ਜੀ। ਮੈਦੇ ਅਤੇ ਅੰਤੜੀਆਂ ਦੀਆਂ ਅੰਦਰਲੀਆਂ ਝਿੱਲੀਆਂ ਨਾਲ ਜੰਮ ਜਾਵੇਗੀ। ਇਸ ਲਈ ਇਹਨਾਂ ਸਾਰੇ ਤੱਤਾਂ ਨੂੰ ਜਾ ਕੇ ਇਕੱਲੇ ਨੂੰ ਨਿਰੋਲ ਕਿਸਮ ਨਹੀਂ ਕਿਹਾ ਜਾ ਸਕਦਾ ਹੈ। ਕੱਚੀਆਂ ਸਬਜ਼ੀਆਂ ਜਿਵੇਂ ਕਿ ਮੂਲੀ, ਸਲਗਮ, ਠੀਕ ਹੈ ਜੀ, ਗਾਜਰ, ਟਮਾਟਰ, ਖੀਰਾ, ਸਲਾਦ, ਛਿਲਕੇ ਵਾਲੇ ਅਨਾਜ ਜਿਵੇਂ ਕਣਕ, ਛੋਲਿਆਂ ਦਾ ਆਟਾ, ਠੀਕ ਹੈ ਜੀ। ਖਾਣ ਵੇਲੇ ਜਿਹੜਾ ਹੈਗਾ ਆਟਾ ਛਾਣ ਕੇ ਛਿਲਕੇ ਸੁੱਟਣੇ ਨਹੀਂ ਚਾਹੀਦੇ ਹਨ। ਮਿਹਦੇ ਅਤੇ ਅੰਤੜੀਆਂ ਵਿੱਚ ਜਾ ਕੇ ਇਹ ਛਿੱਲੜ ਸਫਾਈ ਵਾਲੇ ਬੁਰਸ਼ ਦੀ ਤਰ੍ਹਾਂ ਕੰਮ ਕਰ ਦਿੰਦੇ ਹਨ। ਸਰੀਰ ਤਾਜ਼ਾ ਦਮ ਜਿਹੜਾ ਹੈਗਾ ਵਾ ਰਹਿੰਦਾ ਹੈ, ਇਸ ਲਈ ਖਾਣ ਵਾਲੀਆਂ ਚੀਜ਼ਾਂ ਨਾਲ ਰੇਸ਼ੇ ਹੋਣੇ ਜ਼ਰੂਰੀ ਹਨ, ਠੀਕ ਹੈ। ਤਾਂ ਤੁਹਾਡਾ ਆਨਸਰ ਇਹ ਪ੍ਰਕਾਰ ਤੁਸੀਂ ਲਿਖ ਸਕਦੇ ਹੋ, ਮਿਲਦਾ ਜੁਲਦਾ ਆਨਸਰ ਇਹ ਲੱਭਿਆ ਸੀ ਅਸੀਂ। ਬਾਕੀ ਅਗਰ ਤੁਹਾਨੂੰ ਪ੍ਰੋਪਰ ਕੋਈ ਆਨਸਰ ਇਸ ਦਾ ਪਤਾ ਹੈ ਤਾਂ ਤੁਸੀਂ ਇਸ ਨੂੰ ਖੁਦ ਕਰ ਲੈਣਾ ਵਾ, ਠੀਕ ਹੈ ਜੀ। ਅੱਗੇ ਦੋਸਤੋ ਆਪਣਾ ਪ੍ਰਸ਼ਨ, ਨਵੀਂ ਓਲੰਪਿਕ ਖੇਡਾਂ ਦੇ ਮਾਟੋ, ਠੀਕ ਹੈ ਜੀ, ਸਹੁੰ ਅਤੇ ਝੰਡੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ। ਤਾਂ ਦੋਸਤੋ ਦੇਖੋ ਆਹੀ ਪ੍ਰਸ਼ਨ ਹੈ ਨਾ ਆਪਣਾ, ਠੀਕ ਹੈ। ਨਵੀਂ ਓਲੰਪਿਕ ਖੇਡਾਂ ਦੇ ਮਾਟੋ, ਸਹੁੰ ਅਤੇ ਝੰਡੇ ਬਾਰੇ ਪੂਰੀ ਜਾਣਕਾਰੀ ਦਿਓ। ਤਾਂ ਦੇਖੋ ਆਨਸਰ ਕੀ ਇਹਦਾ, ਓਲੰਪਿਕ ਮਾਟੋ, ਠੀਕ ਹੈ। ਓਲੰਪਿਕ ਮਾਟੋ 3 ਸ਼ਬਦਾਂ ਨਾਲ ਜਿਹੜਾ ਹੈਗਾ ਬਣਿਆ ਹੈ। ਇਹ 3 ਸ਼ਬਦ ਹਨ, ਜਿਵੇਂ ਕਿ ਦੇਖੋ ਸੀਟੀਐਸ, ਠੀਕ ਹੈ ਜੀ, ਐਲਟੀਐਸ ਤੇ ਆਪਣਾ ਦੋਸਤੋ ਫਾਟੀਅਸ, ਠੀਕ ਹੈ ਜੀ। ਤਾਂ ਇਸ ਦਾ ਅਰਥ ਹੈ ਦੋਸਤੋ ਬਹੁਤ ਤੇਜ਼, ਇਹਦਾ ਅਰਥ ਹੈ ਦੋਸਤੋ ਉੱਚਾ ਤੇ ਇਹਦਾ ਅਰਥ ਹੈ ਦੋਸਤੋ ਬਹੁਤ ਹੀ ਜ਼ੋਰ ਨਾਲ। ਤੇ ਹੁਣ ਦੋਸਤੋ ਇਹਨਾਂ ਦਾ ਦੇਖਦੇ ਹਾਂ ਹੋਰ ਕੀ ਹੈ। ਇਹ ਤਿੰਨ ਸ਼ਬਦ ਹੀ ਖਿਡਾਰੀ ਜਿਹੜਾ ਹੈਗਾ ਵਾ, ਖਿਡਾਰੀ ਦੇ ਨਿਸ਼ਾਨੇ ਨੂੰ ਸੂਚਿਤ ਕਰਦੇ ਹਨ। ਇਹਨਾਂ ਦਾ ਭਾਵ ਹੈ ਕਿ ਬਹੁਤ ਤੇਜ਼ ਭੱਜਣਾ, ਬਹੁਤ ਉੱਚੀ ਛਾਲ ਲਗਾਉਣਾ ਅਤੇ ਬਹੁਤ ਜ਼ੋਰ ਨਾਲ ਜਿਹੜਾ ਹੈਗਾ ਵਾ ਡਿਸਕਸ ਜਾਂ ਫਿਰ ਗੋਲਾ ਸੁੱਟਣਾ। ਓਲੰਪਿਕ 100 ਵੀ ਇਹਦੇ ਵਿੱਚ ਹੀ ਆ ਜਾਂਦਾ। ਓਲੰਪਿਕ ਸੁਗੰਧ ਵਿੱਚ ਇਸ ਤਰ੍ਹਾਂ ਇਹ ਜਿਹੜਾ ਹੈਗਾ ਵਾ ਰੀਤ 1920 ਵਿੱਚ ਅੰਤਦੀਪ ਵਿਖੇ ਸ਼ੁਰੂ ਹੋਈ। 1984 ਵਿੱਚ ਓਲੰਪਿਕ ਖੇਡਾਂ ਦੇ ਜਿਹੜੇ ਹੈਗੇ ਆ ਚਾਰਟ ਰੂਪ 63 ਵਿੱਚ ਕਿਹਾ ਗਿਆ ਹੈ ਕਿ ਮੇਜ਼ਬਾਨ ਰਾਸ਼ਟਰ ਦਾ ਇੱਕ ਖਿਡਾਰੀ ਆਪਣੇ ਖੱਬੇ ਹੱਥ ਵਿੱਚ ਓਲੰਪਿਕ ਝੰਡੇ ਦਾ ਕੋਨਾ ਫੜ ਕੇ ਆਪਣਾ ਸੱਜਾ ਹੱਥ ਖੜਾ ਕਰਕੇ ਹੇਠ ਲਿਖੀ ਸਹੁੰ ਚੁੱਕੇਗਾ। ਸਾਰੇ ਖਿਡਾਰੀਆਂ ਵੱਲੋਂ ਮੈਂ ਵਚਨ ਲੈਂਦਾ ਹਾਂ ਕਿ ਅਸੀਂ ਇਹਨਾਂ ਓਲੰਪਿਕ ਖੇਡਾਂ ਵਿੱਚ ਉਹਨਾਂ ਨਿਯਮਾਂ ਦਾ ਆਦਰ ਕਰਦਿਆਂ ਉਹਨਾਂ ਦੇ ਪਾਬੰਦ ਰਹਿੰਦਿਆਂ ਜੋ ਕਿ ਇਸ ਦੀ ਨਿਗਰਾਨੀ ਕਰਦੇ ਹਨ। ਖਿਡਾਰੀ ਦੀ ਸੱਚੀ ਭਾਵਨਾ ਨਾਲ ਖੇਡ ਦੇ ਜਿਹੜੇ ਹੈਗੇ ਗੌਰਵ ਅਤੇ ਸਾਰੀਆਂ ਟੀਮਾਂ ਦੇ ਸਨਮਾਨ ਲਈ ਭਾਗ ਲਵਾਂਗੇ। ਤੇ ਅੱਗੇ ਹੈ ਦੋਸਤੋ ਓਲੰਪਿਕ ਝੰਡਾ, ਠੀਕ ਹੈ ਜੀ। ਤਾਂ ਓਲੰਪਿਕ ਝੰਡਾ ਜਿਹੜਾ ਹੈਗਾ ਵਾ 1919 ਈਸਵੀ ਵਿੱਚ ਜਿਹੜਾ ਹੈਗਾ ਦੋਸਤੋ ਐਂਟਰਪ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਲਹਿਰਾਇਆ ਗਿਆ ਸੀ। ਇਸ ਝੰਡੇ ਦੀ ਰਚਨਾ ਜਿਹੜਾ ਹੈਗਾ ਵਾ ਕੁਬਰਟੀਨ ਨੇ ਕੀਤੀ ਸੀ। ਇਸ ਝੰਡੇ ਵਿੱਚ 5 ਰੰਗਾਂ ਨਾਲ ਹਰਾ, ਪੀਲਾ, ਨੀਲਾ ਅਤੇ ਕਾਲਾ, ਠੀਕ ਹੈ ਜੀ, ਲਾਲ ਵੀ ਆ, ਠੀਕ ਹੈ ਜੀ, ਲਾਲ, ਹਰਾ,
ਤੇ ਆਪਣਾ ਪੀਲਾ, ਨੀਲਾ ਤੇ ਕਾਲਾ ਨਾਲ ਜਿਹੜਾ ਹੈਗਾ 5 ਚੱਕਰ ਆਪਸ ਵਿੱਚ ਜੋੜ ਕੇ ਬਣਾਏ ਗਏ ਹਨ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ। ਠੀਕ ਹੈ ਜੀ, ਇਹ 5 ਚੱਕਰ ਯੂਰਪ, ਆਸਟ੍ਰੇਲੀਆ, ਏਸ਼ੀਆ, ਅਫਰੀਕਾ ਅਤੇ ਜਿਹੜਾ ਹੈਗਾ ਵਾ ਦੋਸਤੋ ਅਮਰੀਕਾ 5 ਮਹਾਦੀਪਾਂ, ਹਾਂਜੀ 5 ਮਹਾਦੀਪਾਂ ਦੀ ਪ੍ਰਤੀਨਿਧਤਾ ਕਰਦੇ ਹਨ। ਇਹਨਾਂ ਚੱਕਰਾਂ ਦਾ ਆਪਸ ਵਿੱਚ ਜੁੜੇ ਹੋਣ ਦਾ ਇਹਨਾਂ 5 ਮਹਾਦੀਪਾਂ ਦੀ ਮਿੱਤਰਤਾ ਅਤੇ ਜਿਹੜੀ ਹੈਗੀ ਸਦਭਾਵਨਾ ਦਾ ਪ੍ਰਤੀਕ ਹੈ। ਠੀਕ ਹੈ ਜੀ, ਤਾਂ ਤੁਹਾਡਾ ਇਹ ਆਨਸਰ ਹੋ ਜਾਏਗਾ। ਇੱਥੇ ਇਹ ਪੂਰਾ ਆਨਸਰ ਆਪਾਂ ਕਰ ਲਿਆ ਆਹ ਵਾਲੇ ਪ੍ਰਸ਼ਨ ਦਾ। ਠੀਕ ਹੈ ਜੀ, ਤੇ ਹੁਣ ਦੋਸਤੋ ਆਪਣਾ ਪ੍ਰਸ਼ਨ ਦੇਖੋ ਕੀ ਹੈ। 22ਵਾਂ ਪ੍ਰਸ਼ਨ, ਲਹੂ ਗੇੜ ਪ੍ਰਣਾਲੀ ਉੱਪਰ ਜਿਹੜਾ ਹੈਗਾ ਕਸਰਤ ਦੇ ਪ੍ਰਭਾਵ ਦਾ ਜਿਹੜਾ ਹੈਗਾ ਵਾ ਵਰਣਨ ਕਰੋ। ਠੀਕ ਹੈ ਜੀ, ਲਹੂ ਗੇੜ ਪ੍ਰਣਾਲੀ। ਠੀਕ ਹੈ ਜੀ, ਤਾਂ ਦੇਖੋ ਆਹੀ ਆ, ਲਹੂ ਪ੍ਰਣਾਲੀ ਉੱਤੇ ਕਸਰਤ ਦੇ ਪ੍ਰਭਾਵ ਲਿਖੋ। ਤਾਂ ਦੇਖੋ ਕੀ ਹੈ, ਲਹੂ ਇੱਕ ਕਿਸਮ ਦਾ ਤਰਲ ਪਦਾਰਥ ਹੈ, ਯਾਨੀ ਕਿ ਠੀਕ ਹੈ ਇਸ ਦਾ ਜਿਹੜਾ ਹੈਗਾ ਨਿਰਮਾਣ ਉਸ ਭੋਜਨ ਅਤੇ ਪੀਣ ਵਾਲੇ ਪਦਾਰਥ ਤੋਂ ਹੁੰਦਾ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਸਰੀਰ ਵਿੱਚ ਜਿਹੜਾ ਹੈਗਾ ਪਹੁੰਚਾਉਂਦੇ ਹਾਂ। ਮਨੁੱਖੀ ਸਰੀਰ ਵਿੱਚ ਖੂਨ ਉਸਦੇ ਜਿਹੜੇ ਹੈਗੇ ਆ ਖੂਨ ਦੇ ਉਸਦੇ ਕੁੱਲ ਭਾਰ ਦਾ 1/12 ਜਾਂ ਫਿਰ 1/14 ਭਾਗ ਹੁੰਦਾ ਹੈ। ਲਹੂ ਵਿੱਚ ਜਿਹੜਾ ਹੈਗਾ ਅਣਗਿਣਤ ਛੋਟੇ ਛੋਟੇ ਲਾਲ ਅਤੇ ਚਿੱਟੇ ਕਣ ਹੁੰਦੇ ਹਨ ਜੋ ਪਲਾਜ਼ਮਾ ਨਾਮੀ ਹਲਕੇ ਪੀਲੇ ਰੰਗ ਦੇ ਦਰਵ ਵਿੱਚ ਤੈਰਦੇ ਰਹਿੰਦੇ ਹਨ। ਲਹੂ ਸਾਡੇ ਸਰੀਰ ਦੇ ਭਿੰਨ ਭਿੰਨ ਅੰਗਾਂ ਵਿੱਚੋਂ ਜਿਹੜਾ ਹੈਗਾ ਦਿਨ ਰਾਤ ਦੌਰਾ ਕਰਦਾ ਹੈ। ਠੀਕ ਹੈ ਜੀ, ਲਹੂ ਦੀ ਗਤੀ ਨੂੰ ਲਹੂ ਜਿਹੜਾ ਹੈਗਾ ਦੋਸਤੋ ਪਰਿਵਹਨ ਯਾਨੀ ਕਿ ਬਲੱਡ ਸਰਕੂਲੇਸ਼ਨ ਕਹਿੰਦੇ ਹਨ। ਲਹੂ ਪਰਿਵਹਨ ਵਿੱਚ ਸਰੀਰ ਦੇ ਜੋ ਅੰਗ ਭਾਗ ਲੈਂਦੇ ਹਨ ਉਹਨਾਂ ਦੇ ਸਮੂਹ ਨੂੰ ਲਹੂ ਪ੍ਰਣਾਲੀ ਸਰਕੂਲੇਟਰੀ ਸਿਸਟਮ ਕਹਿੰਦੇ ਹਨ। ਠੀਕ ਹੈ, ਲਹੂ ਪ੍ਰਣਾਲੀ ਉੱਤੇ ਕਸਰਤ ਦੇ ਪ੍ਰਭਾਵ ਦੇਖ ਲਓ ਦੋਸਤੋ ਕੀ ਹੈ। ਲਹੂ ਪ੍ਰਣਾਲੀ ਦੇ ਕਸਰਤ ਦੇ ਹੇਠ ਲਿਖੇ ਪ੍ਰਭਾਵ ਪੈਂਦੇ ਹਨ, ਜਿਵੇਂ ਕਿ ਸਭ ਤੋਂ ਪਹਿਲਾਂ ਕਸਰਤ ਕਰਦੇ ਸਮੇਂ ਦਿਲ ਮਾਸਪੇਸ਼ੀਆਂ ਨੂੰ ਜ਼ਰੂਰਤ ਅਨੁਸਾਰ ਦੋਸਤੋ ਵਧੇਰੇ ਲਹੂ ਮਿਲਦਾ ਹੈ, ਜਿਸ ਦੇ ਫਲਸਰੂਪ ਛੋਟੀਆਂ ਲਹੂ ਦੀਆਂ ਨਾਲੀਆਂ ਅਤੇ ਤੰਤੂਆਂ ਦੇ ਤਣਾਅ ਵਿੱਚ ਵਾਧਾ ਹੁੰਦਾ ਹੈ। ਦੂਸਰਾ, ਕਸਰਤ ਕਰਨ ਨਾਲ ਦੋਸਤੋ ਕਸਰਤ ਕਰਨ ਵਾਲਿਆਂ ਦੇ ਸਰੀਰ ਵਿੱਚ ਦੋਸਤੋ ਸ਼ੁੱਧ ਅਤੇ ਅਸ਼ੁੱਧ ਲਹੂ ਦੀ ਜਿਹੜੀ ਹੈ ਅਦਲਾ ਬਦਲੀ ਛੇਤੀ ਹੁੰਦੀ ਹੈ। ਇਸ ਦੇ ਫਲਸਰੂਪ ਸਰੀਰ ਵਿੱਚ ਪੌਸ਼ਟਿਕ ਪਦਾਰਥ ਅਤੇ ਆਕਸੀਜਨ ਦੀ ਮਾਤਰਾ ਵਿੱਚ ਵਧੇਰੇ ਮਿਲਦੀ ਹੈ ਅਤੇ ਸਰੀਰ ਵਿੱਚ ਕਾਰਬਨ ਡਾਈਆਕਸਾਈਡ ਆਦਿ ਫਜ਼ੂਲ ਅਤੇ ਹਾਨੀਕਾਰਕ ਪਦਾਰਥਾਂ ਦਾ ਪਸੀਨੇ ਤੇ ਪਿਸ਼ਾਬ ਦੇ ਰੂਪ ਵਿੱਚ ਨਿਕਾਸ ਹੋ ਜਾਂਦਾ ਹੈ। ਇਸ ਨਾਲ ਹੀ ਸਰੀਰ ਰਿਸ਼ਟ ਪੁਸ਼ਟ ਅਤੇ ਨਿਰੋਗ ਰਹਿੰਦਾ ਹੈ। ਤੀਸਰਾ, ਕਸਰਤ ਕਰਨ ਵਾਲੇ ਵਿਅਕਤੀ ਦਾ ਜਿਹੜਾ ਹੈਗਾ ਲਹੂ ਦਬਾਅ ਜਿਹੜਾ ਹੈਗਾ ਵੱਧ ਨਹੀਂ ਹੁੰਦਾ ਹੈ। ਠੀਕ ਹੈ, ਉਸ ਦੀਆਂ ਜਿਹੜੀ ਹੈਗੇ ਨੇ ਮਾਸਪੇਸ਼ੀਆਂ ਸੁੰਗੜਦੀਆਂ ਅਤੇ ਫੈਲਦੀਆਂ ਹਨ। ਨਤੀਜੇ ਦੇ ਤੌਰ ਤੇ ਦੋਸਤੋ ਲਹੂ ਜਲਦੀ ਸਾਫ਼ ਹੋ ਜਾਂਦਾ ਹੈ। ਕਸਰਤ ਕਰਦੇ ਸਮੇਂ ਦੋਸਤੋ ਸਰੀਰ ਦਾ ਹਰੇਕ ਅੰਗ ਕੰਮ ਕਰਦਾ ਹੈ, ਇਸ ਲਈ ਦੋਸਤੋ ਉਹਨਾਂ ਨੂੰ ਆਕਸੀਜਨ ਦੀ ਵੱਧ ਜ਼ਰੂਰਤ ਪੈਂਦੀ ਹੈ। ਕਸਰਤ ਕਰਨ ਵਾਲੇ ਵਿਅਕਤੀ ਦੇ ਲਹੂ ਦੀ ਜਿਹੜੀ ਹੈਗੀ ਗਤੀ ਸਧਾਰਨ ਵਿਅਕਤੀ ਦੇ 2 ਗੁਣਾ ਵੱਧ ਹੁੰਦੀ ਹੈ। ਇਸ ਰਾਹੀਂ ਜਿਹੜਾ ਹੈਗਾ ਦਿਲ ਦੀ ਕਾਰਜ ਸ਼ਕਤੀ ਵੀ ਜਿਹੜੀ ਹੈਗੀ ਵੱਧ ਜਾਂਦੀ ਹੈ। ਲੋੜ ਅਨੁਸਾਰ ਹੋਣ ਦੀ ਸਮਰੱਥਾ ਵੀ ਜਿਹੜੀ ਹੈਗੀ ਆ ਵੱਧ ਜਾਂਦੀ ਹੈ। ਠੀਕ ਹੈ ਜੀ, ਇਸ ਰਾਹੀਂ ਲਹੂ ਦਾ ਪ੍ਰਭਾਵ ਵੱਧ ਜਾਂਦਾ ਹੈ। ਇਸ ਨਾਲ ਦੋਸਤੋ ਹਾਜ਼ਮਾ ਠੀਕ ਰਹਿੰਦਾ ਹੈ। ਤਾਂ ਤੁਹਾਡਾ ਆਨਸਰ ਇਹ ਪੂਰਾ ਦਾ ਪੂਰਾ ਇਹ ਆਨਸਰ ਹੋ ਗਿਆ। ਅੱਗੇ ਆਪਣਾ ਪ੍ਰਸ਼ਨ ਹੈ ਦੋਸਤੋ, ਦੇਖੋ 23ਵਾਂ ਪ੍ਰਸ਼ਨ, ਸੰਤੁਲਿਤ ਭੋਜਨ ਕਿਸ ਨੂੰ ਕਹਿੰਦੇ ਹਨ? ਭੋਜਨ ਦੇ ਮੁੱਖ ਕੰਮ ਜਿਹੜੇ ਹੈਗੇ ਕੀ ਹਨ? ਤਾਂ ਦੇਖੋ ਆਨਸਰ ਇਸ ਦਾ ਆ ਦੇਖੋ ਤੇ ਦੋਸਤੋ ਆਹ ਵਾਲਾ ਜਿਹੜਾ ਪ੍ਰਸ਼ਨ ਸੀਗਾ ਨਾ, ਇਹਨਾਂ ਦੇ ਕੁਝ ਹੋਰ ਜਿਵੇਂ ਕਿ ਆਹ ਵਾਲਾ ਜਿਹੜਾ ਆਪਾਂ ਉੱਪਰ ਵਾਲਾ ਪ੍ਰਸ਼ਨ ਕਰ ਰਹੇ ਸੀਗੇ ਇਸ ਤੋਂ ਪਹਿਲਾਂ ਵਾਲਾ, ਉਹਦੇ ਕੁਝ ਹੋਰ ਪੁਆਇੰਟ ਵੀ ਇੱਥੇ ਦਿੱਤੇ ਹੋਏ ਸੀਗੇ, ਆਪਾਂ ਇਹ ਰੀਡ ਨਹੀਂ ਕਰ ਪਾਏ। ਤਾਂ ਤੁਸੀਂ ਆਹ 8 ਤੋਂ ਲੈ ਕੇ ਜਿਹੜਾ ਹੈਗਾ ਵਾ 12 ਪੁਆਇੰਟ ਸੀਗੇ, ਇਸ ਨੂੰ ਰੀਡ ਕਰ ਲਓ। ਠੀਕ ਹੈ ਜੀ, ਆਹ ਇੱਕ ਪੇਜ ਰਹਿ ਗਿਆ ਸੀਗਾ। ਠੀਕ ਹੈ, ਜਿਵੇਂ ਕਿ ਆਹ ਦੇਖੋ ਇੱਥੇ 7 ਪੁਆਇੰਟ ਕਰਾਏ ਸੀ ਨਾ ਤੁਹਾਨੂੰ ਮੈਂ, ਤਾਂ 7 ਪੁਆਇੰਟ ਦੇ ਨਾਲ ਦੋਸਤੋ ਇਹ ਆਪਣਾ 8ਵਾਂ ਪੁਆਇੰਟ ਵੀ ਸੀਗਾ, ਇੱਕ 9ਵਾਂ ਵੀ ਸੀ ਤੇ 11ਵਾਂ ਵੀ ਸੀ, 9ਵਾਂ 10ਵਾਂ 11ਵਾਂ ਤੇ 12ਵਾਂ ਆਹ ਪੁਆਇੰਟ ਰਹਿ ਗਏ ਸੀਗੇ, 5 ਪੁਆਇੰਟ। ਤਾਂ ਤੁਸੀਂ ਇਸ ਨੂੰ ਵੀ ਰੀਡ ਕਰ ਲੈਣਾ ਵਾ। ਠੀਕ ਹੈ, ਆਹ ਕਿਹੜੇ ਪ੍ਰਸ਼ਨ ਦਾ ਆਨਸਰ ਸੀਗਾ ਇੱਕ ਵਾਰੀ ਫਿਰ ਤੋਂ ਦੱਸ ਦੇਵਾਂ ਤੁਹਾਨੂੰ, ਇਹ ਵਾਲੇ ਪ੍ਰਸ਼ਨ ਦਾ ਲਹੂ ਗੇੜ ਪ੍ਰਣਾਲੀ ਦਾ। ਠੀਕ ਹੈ ਜੀ, ਪ੍ਰਭਾਵ ਜਿਹੜੇ ਸੀਗੇ ਕਸਰਤਾਂ ਦੇ ਪ੍ਰਭਾਵ। ਠੀਕ ਹੈ ਜੀ, ਤਾਂ ਤੁਸੀਂ ਇਹ ਜਿਹੜੇ ਕੁਝ ਪੁਆਇੰਟ ਰਹਿੰਦੇ ਸੀਗੇ ਇਸ ਨੂੰ ਰੀਡ ਕਰ ਲੈਣਾ ਵਾ, ਇਹ ਸਾਡੇ ਤੋਂ ਸਕਿਪ ਹੋ ਗਿਆ ਸੀ। ਠੀਕ ਹੈ, ਤੇ ਹੁਣ ਦੋਸਤੋ ਆਪਣਾ ਅਗਲਾ ਪ੍ਰਸ਼ਨ ਦੇਖ ਲੈਂਦੇ ਹਾਂ। ਅਗਲਾ ਪ੍ਰਸ਼ਨ ਦੇ ਵਿੱਚ ਆਹੀ ਪੁੱਛਿਆ ਹੈ ਨਾ ਤੁਹਾਨੂੰ ਸੰਤੁਲਿਤ ਭੋਜਨ ਬਾਰੇ। ਹਾਂਜੀ, ਤਾਂ ਸੰਤੁਲਿਤ ਭੋਜਨ ਬਾਰੇ ਹੀ ਪੁੱਛਿਆ ਹੈ। ਚਲੋ ਦੇਖਦੇ ਹਾਂ ਆਨਸਰ ਦੋਸਤੋ ਕਿ ਸੰਤੁਲਿਤ ਭੋਜਨ ਕਿਸ ਨੂੰ ਕਹਿੰਦੇ ਹਨ। ਤਾਂ ਦੇਖੋ ਸੰਤੁਲਿਤ ਭੋਜਨ ਉਹ ਭੋਜਨ ਹੁੰਦਾ ਹੈ ਜਿਸ ਭੋਜਨ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਤੱਤ ਉਚਿਤ ਮਾਤਰਾ ਵਿੱਚ ਹੋਣ ਅਤੇ ਜਿਹੜਾ ਸਰੀਰ ਦੀਆਂ ਸਾਰੀਆਂ ਹੀ ਲੋੜਾਂ ਦੀ ਪੂਰਤੀ ਕਰਨ ਦੇ ਯੋਗ ਹੋਵੇ, ਉਸ ਨੂੰ ਸੰਤੁਲਿਤ ਭੋਜਨ ਕਿਹਾ ਜਾਂਦਾ ਹੈ। ਸੰਤੁਲਿਤ ਭੋਜਨ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟਸ, ਚਰਬੀ, ਖਣਿਜ ਲੂਣ, ਵਿਟਾਮਿਨ ਤੇ ਪਾਣੀ ਜਿਹੜਾ ਹੈਗਾ ਉਚਿਤ ਮਾਤਰਾ ਵਿੱਚ ਹੋਣੇ ਚਾਹੀਦੇ ਹਨ। ਸਰੀਰ ਦੇ ਪੂਰੇ ਵਿਕਾਸ ਲਈ ਉਸ ਨੂੰ ਜਿਹੜਾ ਹੈਗਾ ਰੋਗਾਂ ਤੋਂ ਬਚਾਉਣ ਲਈ ਅਤੇ ਚੰਗੀ ਸਿਹਤ ਵਾਸਤੇ ਸਾਨੂੰ ਜਿਹੜਾ ਹੈਗਾ ਸੰਤੁਲਿਤ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ। ਕੋਈ ਵੀ ਇਕੱਲਾ ਭੋਜਨ ਪਦਾਰਥ ਸੰਤੁਲਿਤ ਭੋਜਨ ਨਹੀਂ ਹੈ। ਸਿਰਫ ਦੁੱਧ ਹੀ ਇੱਕ ਅਜਿਹਾ ਪਦਾਰਥ ਹੈ ਜਿਸ ਵਿੱਚ ਸਾਰੇ ਪੌਸ਼ਟਿਕ ਤੱਤ ਮਿਲਦੇ ਹਨ। ਠੀਕ ਹੈ ਜੀ, ਤਾਂ ਹੁਣ ਇਹਨਾਂ ਦੇ ਮੁੱਖ ਕੰਮ ਵੀ ਦੇਖ ਲੈਂਦੇ ਦੋਸਤੋ, ਭੋਜਨ ਦੇ ਜਿਹੜੇ ਹੈਗੇ ਕਿਹੜੇ ਕਿਹੜੇ ਮੁੱਖ ਕੰਮ ਹਨ। ਠੀਕ ਹੈ ਜੀ, ਆਹੀ ਪੁੱਛਿਆ ਹੋਇਆ ਸੀਗਾ ਤੁਹਾਨੂੰ ਇੱਥੇ, ਆ ਦੇਖ ਲਓ ਕਿ ਭੋਜਨ ਦੇ ਜਿਹੜੇ ਹੈਗੇ ਮੁੱਖ ਕੰਮ ਕੀ ਹਨ। ਤਾਂ ਦੇਖੋ ਦੋਸਤੋ ਭੋਜਨ ਦੇ ਮੁੱਖ ਕੰਮ, ਤਾਂ ਦੇਖੋ ਅਸੀਂ ਜਿਹੜਾ ਭੋਜਨ ਖਾਂਦੇ ਹਾਂ ਤਾਂ ਉਹ ਪਚਣ ਤੋਂ ਬਾਅਦ ਸਰੀਰ ਵਿੱਚ ਕਈ ਕੰਮ ਕਰਦਾ ਹੈ। ਉਹਨਾਂ ਕੰਮਾਂ ਦਾ ਵੇਰਵਾ ਹੇਠ ਦਿੱਤਾ ਹੋਇਆ, ਜਿਵੇਂ ਕਿ ਸਭ ਤੋਂ ਪਹਿਲਾਂ ਸਰੀਰਕ ਵਾਧੇ ਵਿੱਚ ਇਹ ਸਹਾਇਤਾ ਕਰਦਾ ਵਾ। ਠੀਕ ਹੈ ਜੀ, ਤੇ ਦੂਸਰਾ ਦੋਸਤੋ ਸਰੀਰ ਨੂੰ ਸ਼ਕਤੀ ਵੀ ਦਿੰਦਾ ਵਾ। ਠੀਕ ਹੈ, ਸਰੀਰ ਵਿੱਚ ਗਰਮੀ ਪੈਦਾ ਕਰਦਾ ਵਾ। ਠੀਕ ਹੈ ਜੀ, ਇਹ ਭੋਜਨ ਸਰੀਰ ਵਿੱਚ ਜਿਹੜਾ ਹੈਗਾ ਗਰਮੀ ਪੈਦਾ ਕਰਦਾ ਹੈ। ਠੀਕ ਹੈ, ਜਦੋਂ ਖਾਧਾ ਹੋਇਆ ਭੋਜਨ ਜਿਹੜਾ ਹੈਗਾ ਹਜਮ ਹੋ ਕੇ ਸਾਹ ਰਾਹੀਂ ਆਕਸੀਜਨ ਵਿੱਚ ਮਿਲ ਕੇ ਖੂਨ ਵਿੱਚ ਉਬਲਦਾ ਹੈ ਤਾਂ ਦੋਸਤੋ ਗਰਮੀ ਪੈਦਾ ਹੁੰਦੀ ਹੈ ਤੇ ਇਹ ਗਰਮੀ ਸਰੀਰ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ। ਇਸ ਤੋਂ ਬਿਨਾਂ ਜਿਹੜਾ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਠੀਕ ਹੈ, ਤੇ ਇਹ ਸਰੀਰਕ ਵਾਧੇ ਨੂੰ ਵੀ ਕਰਦਾ ਵਾ। ਇਸ ਨੂੰ ਤੁਸੀਂ ਪੁਆਇੰਟ ਰੀਡ ਕਰ ਸਕਦੇ ਹੋ, ਵੈਰੀ ਈਜ਼ੀ ਪੁਆਇੰਟ ਹੈਗਾ ਵਾ। ਠੀਕ ਹੈ ਜੀ, ਜਿਵੇਂ ਕਿ ਭੋਜਨ ਸਰੀਰ ਨੂੰ ਸ਼ਕਤੀ ਦਿੰਦਾ ਹੈ। ਸਾਡਾ ਸਰੀਰ ਕਈ ਤਰ੍ਹਾਂ ਦੀਆਂ ਜਿਹੜੀ ਹੈਗੀ ਕਿਰਿਆਵਾਂ ਕਰਦਾ ਹੈ, ਇਹਨਾਂ ਕਿਰਿਆਵਾਂ ਦੀ ਲੋੜੀਂਦੀ ਸ਼ਕਤੀ ਭੋਜਨ ਤੋਂ ਹੀ ਪ੍ਰਾਪਤ ਹੁੰਦੀ ਆ।
ਤੇ ਆਹ ਦੋਸਤੋ ਕੀ ਹੈ, ਭੋਜਨ ਸਰੀਰ ਦੇ ਵਾਧੇ ਵਿੱਚ ਵੀ ਸਹਾਇਤਾ ਕਰਦਾ ਹੈ। ਇਸ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ਦਾ ਨਿਰਮਾਣ ਅਤੇ ਵਾਧਾ ਹੁੰਦਾ ਹੈ। ਠੀਕ ਹੈ, ਤੇ ਆਪਣਾ ਚੌਥਾ ਪੁਆਇੰਟ ਦੇਖੋ ਦੋਸਤੋ ਕੀ ਹੈ, ਇਹ ਗਰਮੀ ਵਾਲਾ ਆਪਾਂ ਕਰ ਲਿਆ ਸੀਗਾ ਹਜੇ। ਠੀਕ ਹੈ, ਤੇ ਹੁਣ ਹੈਗਾ ਦੋਸਤੋ ਆਪਣਾ ਨਵੇਂ ਸੈੱਲਾਂ ਦਾ ਬਣਾਉਣਾ ਤੇ ਟੁੱਟੇ ਭੱਜੇ ਸੈੱਲਾਂ ਦੀ ਮੁਰੰਮਤ ਵੀ ਕਰਦਾ ਵਾ ਇਹ ਭੋਜਨ। ਟੁੱਟੇ ਭੱਜੇ ਸੈੱਲਾਂ ਦੀ ਮੁਰੰਮਤ ਕਰਦਾ ਹੈ ਤੇ ਭੋਜਨ ਨਾਲ ਨਵੇਂ ਸੈੱਲ ਵੀ ਬਣਦੇ ਹਨ। ਠੀਕ ਹੈ ਜੀ, ਸਰੀਰ ਵਿੱਚ ਚੱਲ ਰਹੀਆਂ ਕਿਰਿਆਵਾਂ ਦੇ ਕਾਰਨ ਦੋਸਤੋ ਕੁਝ ਕੀਟਾਣੂ ਨਸ਼ਟ ਹੋ ਜਾਂਦੇ ਹਨ ਅਤੇ ਕੁਝ ਟੁੱਟ ਜਾਂਦੇ ਹਨ। ਠੀਕ ਹੈ ਜੀ, ਫਿਰ ਭੋਜਨ ਦਾ ਸਭ ਤੋਂ ਜਿਹੜਾ ਹੈਗਾ ਵਾ ਵੱਡਾ ਕੰਮ ਟੁੱਟੇ ਫੁੱਟੇ ਸੈੱਲਾਂ ਦੀ ਮੁਰੰਮਤ ਕਰਨਾ ਹੁੰਦਾ ਹੈ। ਨਸ਼ਟ ਹੋਏ ਸੈੱਲਾਂ ਦੀ ਥਾਂ ਨਵੇਂ ਸੈੱਲਾਂ ਵੀ ਭੋਜਨ ਹੀ ਤਿਆਰ ਕਰਦੇ ਹਨ। ਅੱਗੇ ਹੈ ਪੰਜਵਾਂ, ਬਿਮਾਰੀ ਤੋਂ ਰੱਖਿਆ। ਠੀਕ ਹੈ ਜੀ, ਭੋਜਨ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਠੀਕ ਹੈ ਜੀ, ਭੋਜਨ ਖਾਣ ਨਾਲ ਜਿਹੜੀ ਹੈਗੀ ਸ਼ਕਤੀ ਪੈਦਾ ਹੁੰਦੀ ਹੈ। ਇਹ ਸ਼ਕਤੀ ਸਾਨੂੰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾ ਦਿੰਦੀ ਹੈ। ਇਸੇ ਤਰ੍ਹਾਂ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਉੱਪਰ ਦੱਸੇ ਸਾਰੇ ਇਹ ਕੰਮ ਭੋਜਨ ਦੇ ਮੁੱਖ ਕੰਮ ਹੁੰਦੇ ਹਨ। ਠੀਕ ਹੈ ਜੀ, ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ। ਹੁਣ ਦੋਸਤੋ ਆਪਣਾ ਪ੍ਰਸ਼ਨ ਕੀ ਹੈ, ਵਿਟਾਮਿਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਵਿਟਾਮਿਨ ਦੇ ਪ੍ਰਾਪਤੀ ਦੇ ਸੋਮੇ ਅਤੇ ਲਾਭ ਦੱਸੋ। ਠੀਕ ਹੈ ਜੀ, ਤਾਂ ਦੇਖੋ ਆਨਸਰ ਦੋਸਤੋ ਆਹੀ ਹੈ ਨਾ ਤੁਹਾਡਾ, ਵਿਟਾਮਿਨ ਜਿਹੜੇ ਹੈਗੇ ਕਿੰਨੇ ਤਰ੍ਹਾਂ ਦੇ ਹੁੰਦੇ ਹਨ। ਤੇ ਇਹਦੇ ਨਾਲ ਹੀ ਦੋਸਤੋ ਆਪਸ਼ਨ ਦੇ ਵਿੱਚ ਆ ਦੇਖੋ ਦਿੱਤਾ ਹੈ ਨਾ, ਜਿਹੜਾ ਹੈਗਾ ਵਾ ਹੇਠ ਲਿਖੇ ਵਿਟਾਮਿਨਾਂ ਦੀ ਪ੍ਰਾਪਤੀ ਤੇ ਸੋਮੇ ਦੇ ਲਾਭ ਦੱਸੋ। ਠੀਕ ਹੈ ਜੀ, ਪ੍ਰਾਪਤੀ ਦੇ ਸੋਮੇ ਅਤੇ ਲਾਭ ਦੱਸੋ, ਆਹੀ ਆਪਣਾ ਕੁਐਸਚਨ ਸੀਗਾ। ਤਾਂ ਦੇਖੋ ਦੋਸਤੋ ਆਨਸਰ ਇਹਦਾ ਕਿਸ ਪ੍ਰਕਾਰ ਤੁਸੀਂ ਲਿਖਣਾ ਵਾ। ਸਭ ਤੋਂ ਪਹਿਲਾਂ ਤਾਂ ਦੇਖੋ ਉੱਤਰ ਕੀ ਹੈ, ਵਿਟਾਮਿਨ ਕੀ ਹੈ। ਤਾਂ ਦੋਸਤੋ ਹੁਣ ਤੱਕ ਜਿਹੜਾ ਹੈਗਾ ਵਾ ਸਾਰੇ ਵਿਟਾਮਿਨਾਂ ਦੀ ਖੋਜ ਹੋ ਚੁੱਕੀ ਹੈ, ਪਰ ਪ੍ਰਸਿੱਧ ਵਿਟਾਮਿਨ ਦੋਸਤੋ ਜਿਹੜਾ ਹੈਗਾ A, B, C, D, E ਅਤੇ K ਹੀ ਮੰਨੇ ਜਾਂਦੇ ਹਨ। ਇਹਨਾਂ ਵਿੱਚੋਂ ਦੋਸਤੋ ਹਰ ਵਿਟਾਮਿਨ ਦਾ ਮੁੱਖ ਕੰਮ ਅਤੇ ਇਹ ਕਿਹੜੇ ਭੋਜਨ ਪਦਾਰਥਾਂ ਵਿੱਚੋਂ ਮਿਲਦਾ ਹੈ, ਵਰਣਨ ਹੇਠ ਲਿਖਿਆ ਹੋਇਆ ਹੈ। ਜਿਵੇਂ ਕਿ ਸਭ ਤੋਂ ਪਹਿਲਾਂ ਵਿਟਾਮਿਨ A। ਵਿਟਾਮਿਨ A ਦੇ ਕੰਮ ਹੇਠ ਲਿਖੇ ਹਨ, ਜਿਵੇਂ ਕਿ ਇਸ ਨਾਲ ਜਿਹੜਾ ਹੈਗਾ ਵਾ ਅੱਖਾਂ ਦੀ ਰੋਸ਼ਨੀ ਵੱਧਦੀ ਹੈ, ਭੁੱਖ ਵੱਧਦੀ ਹੈ, ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਇਹ ਵਿਟਾਮਿਨ ਜਿਹੜਾ ਹੈਗਾ ਦੋਸਤੋ ਕੀ ਹੈ, ਹਾਂਜੀ ਇਹ ਵਿਟਾਮਿਨ ਜਿਹੜਾ ਹੈਗਾ ਵਾ ਦੋਸਤੋ ਸਰੀਰ ਨੂੰ ਵਧਾਉਂਦਾ ਤੇ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ। ਇਹਨਾਂ ਦੇ ਨਾਲ ਦੋਸਤੋ ਘਾਟ ਨਾਲ ਹਾਨੀਆਂ, ਤਾਂ ਦੇਖੋ ਇਸ ਦੀ ਘਾਟ ਦੇ ਕਾਰਨ ਦੋਸਤੋ ਜਿਹੜਾ ਹੈਗਾ ਵਾ ਹਾਂਜੀ ਅੰਧਰਾਤਾ ਹੋ ਜਾਂਦਾ ਹੈ ਅਤੇ ਚਮੜੀ ਖੁਸ਼ਕ ਹੋ ਜਾਂਦੀ ਹੈ ਤੇ ਗਲਾ ਤੇ ਨੱਕ ਤੇ ਅੱਖਾਂ ਤੇ ਚਮੜੀ ਨੂੰ ਦੋਸਤੋ ਹਰ ਛੂਤ ਦੀ ਬਿਮਾਰੀ ਛੇਤੀ ਲੱਗਦੀ ਹੈ। ਸਰੀਰ ਕਮਜ਼ੋਰ ਹੋ ਜਾਂਦਾ ਹੈ ਤੇ ਦੋਸਤੋ ਵਾਧਾ ਰੁਕ ਜਾਂਦਾ ਹੈ, ਫੇਫੜੇ ਕਮਜ਼ੋਰ ਹੋ ਜਾਂਦੇ ਹਨ। ਠੀਕ ਹੈ ਜੀ, ਤੇ ਦੋਸਤੋ ਇਹਦੇ ਪ੍ਰਾਪਤੀ ਦੇ ਸੋਮੇ ਦੇਖੋ ਕੀ ਆ। ਪ੍ਰਾਪਤੀ ਦੇ ਸੋਮੇ ਦੋਸਤੋ ਇਹ ਜ਼ਿਆਦਾਤਰ ਜਿਹੜਾ ਹੈਗਾ ਦੁੱਧ, ਦਹੀਂ, ਮੱਖਣ, ਪਨੀਰ ਅਤੇ ਆਂਡੇ, ਮੱਛੀ, ਤਾਜ਼ੀਆਂ ਸਬਜ਼ੀਆਂ ਤੇ ਪੱਤਿਆਂ ਜਿਵੇਂ ਕਿ ਪਾਲਕ, ਗਾਜਰ, ਬੰਦ ਗੋਭੀ, ਟਮਾਟਰ, ਕੇਲਾ, ਸੰਤਰਾ, ਅੰਬ, ਪਪੀਤਾ, ਅਨਾਨਾਸ ਆਦਿ ਵਿੱਚੋਂ ਮਿਲਦਾ ਹੈ। ਅੱਗੇ ਦੋਸਤੋ ਵਿਟਾਮਿਨ B। ਠੀਕ ਹੈ ਜੀ, ਤਾਂ ਵਿਟਾਮਿਨ B ਤੁਸੀਂ ਦੇਖ ਸਕਦੇ ਹੋ ਦੋਸਤੋ ਕੀ ਹੈ। ਵਿਟਾਮਿਨ B ਦੇ ਕੰਮ ਹੇਠ ਲਿਖੇ ਅਨੁਸਾਰ ਨੇ। ਇਸ ਵਿਟਾਮਿਨ ਨਾਲ ਦੋਸਤੋ ਜਿਹੜਾ ਹੈਗਾ ਨਾੜੀ ਸਿਸਟਮ ਠੀਕ ਰਹਿੰਦਾ ਹੈ। ਇਹ ਨਾੜੀ ਪੱਠਿਆਂ, ਦਿਲ ਤੇ ਦਿਮਾਗ ਨੂੰ ਸ਼ਕਤੀ ਦਿੰਦਾ ਹੈ, ਭੁੱਖ ਤੇਜ਼ ਕਰਦਾ ਹੈ, ਚਮੜੀ ਦੇ ਰੋਗਾਂ ਨੂੰ ਜਿਹੜਾ ਹੈਗਾ ਵਾ ਘੱਟ ਰੱਖਿਆ ਕਰਦਾ ਹੈ। ਠੀਕ ਹੈ ਜੀ, ਤਾਂ ਇਹਨਾਂ ਦੇ ਦੋਸਤੋ ਦੇਖ ਲਓ ਘਾਟ ਨਾਲ ਹਾਨੀਆਂ ਕੀ ਨੇ ਦੋਸਤੋ। ਠੀਕ ਹੈ ਜੀ, ਤਾਂ ਇਹਦੀ ਹਾਨੀਆਂ ਅਗਰ ਤੁਸੀਂ ਲਿਖਣੀ ਹੈ ਤਾਂ ਲਿਖ ਦਿਓ, ਨਹੀਂ ਤਾਂ ਛੱਡ ਵੀ ਦਿਓ, ਕਿਉਂਕਿ ਆਪਾਂ ਨੂੰ ਇੱਥੇ ਆਹੀ ਪੁੱਛਿਆ ਸੀਗਾ ਕੁਐਸਚਨ ਪੇਪਰ। ਉਹਦੇ ਵਿੱਚ ਦੇਖੋ ਕੀ ਪੁੱਛਿਆ ਇਹਨਾਂ ਨੇ, ਆਹ ਲਿਖਿਆ ਹੈ ਨਾ ਪ੍ਰਾਪਤੀ ਦੇ ਸੋਮੇ ਬਸ ਤੇ ਲਾਭ ਪੁੱਛਿਆ ਹੋਇਆ। ਠੀਕ ਹੈ ਜੀ, ਤੇ ਆਪਾਂ ਨੂੰ ਦੋਸਤੋ ਇੱਥੇ ਇਹਨਾਂ ਦੀਆਂ ਘਾਟ ਨਾਲ ਹਾਨੀਆਂ ਲਿਖਣ ਦੀ ਜਿਹੜਾ ਹੈਗਾ ਲੋੜ ਨਹੀਂ ਹੈ। ਠੀਕ ਹੈ, ਤਾਂ ਅਗਰ ਤੁਸੀਂ ਪੜ੍ਹਨਾ ਵਾ ਪੜ੍ਹ ਵੀ ਲਓ, ਚਲੋ ਕੋਈ ਨਹੀਂ, ਅਗਰ ਕੀ ਪਤਾ ਦੋਸਤੋ ਬੋਰਡ ਦੇ ਕੁਐਸਚਨ ਪੇਪਰ ਦੇ ਵਿੱਚ ਕੀ ਆ ਜਾਵੇ ਤੁਹਾਨੂੰ। ਤਾਂ ਦੇਖੋ ਆਪਾਂ ਸਾਰੇ ਹੀ ਕਰਾਂਗੇ। ਦੇਖੋ ਭੁੱਖ ਘੱਟ ਲੱਗਦੀ ਹੈ, ਬੱਚਿਆਂ ਦਾ ਵਾਧਾ ਰੁਕ ਜਾਂਦਾ ਹੈ, ਬੇਰੀ ਰੋਗ ਦੇ ਚਮੜੀ ਦੇ ਕਈ ਰੋਗ ਲੱਗ ਜਾਂਦੇ ਹਨ, ਜੀਭ ਤੇ ਛਾਲੇ ਪੈ ਜਾਂਦੇ ਹਨ। ਠੀਕ ਹੈ ਜੀ, ਵਾਲ ਡਿੱਗਣ ਲੱਗ ਜਾਂਦੇ ਹਨ। ਠੀਕ ਹੈ, ਤੇ ਇਹਦੇ ਪ੍ਰਾਪਤੀ ਦੇ ਸੋਮੇ ਕੀ ਹੈ ਦੋਸਤੋ, ਇਹ ਦੁੱਧ, ਦਹੀਂ, ਮੱਖਣ, ਪਨੀਰ ਤੇ ਦੋਸਤੋ ਜਿਹੜਾ ਹੈਗਾ ਵਾ ਸਾਬਤ ਦਾਲਾਂ, ਅਨਾਜ, ਸੋਇਆਬੀਨ, ਮਟਰ, ਆਂਡੇ ਤੇ ਆਪਣੀ ਹਰੀਆਂ ਸਬਜ਼ੀਆਂ ਦੇ ਪੱਤਿਆਂ ਜਿਵੇਂ ਕਿ ਬੰਦ ਗੋਭੀ, ਪਿਆਜ਼, ਪਾਲਕ, ਟਮਾਟਰ, ਸ਼ਲਗਮ ਤੇ ਸਲਾਦ ਆਦਿ ਵਿੱਚ ਹੁੰਦਾ ਹੈ। ਠੀਕ ਹੈ ਜੀ, ਅੱਗੇ ਦੋਸਤੋ ਤੁਹਾਡਾ ਵਿਟਾਮਿਨ C ਆ। ਤਾਂ ਦੇਖੋ ਵਿਟਾਮਿਨ C ਦੇ ਕੰਮ ਹੇਠ ਲਿਖੇ ਅਨੁਸਾਰ ਨੇ। ਇਹ ਵਿਟਾਮਿਨ ਦੋਸਤੋ ਲਹੂ ਨੂੰ ਸਾਫ਼ ਰੱਖਦਾ ਹੈ, ਦੰਦਾਂ ਨੂੰ ਮਜ਼ਬੂਤ ਰੱਖਦਾ ਹੈ। ਠੀਕ ਹੈ ਜੀ, ਜ਼ਖਮਾਂ ਤੇ ਜਿਹੜਾ ਹੈਗਾ ਟੁੱਟੀਆਂ ਹੱਡੀਆਂ ਨੂੰ ਵੀ ਜਲਦੀ ਠੀਕ ਕਰਦਾ ਹੈ, ਸਰੀਰ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ, ਗਲੇ ਨੂੰ ਠੀਕ ਰੱਖਦਾ ਹੈ, ਜ਼ੁਕਾਮ ਤੋਂ ਬਚਾਉਂਦਾ ਹੈ। ਠੀਕ ਹੈ ਜੀ, ਤੇ ਇਹਦੇ ਦੋਸਤੋ ਕੀ ਨੇ, ਇਹ ਹੈ ਨਾ ਦੋਸਤੋ ਜਿਹੜੇ ਇਹ ਇਹਦੇ ਕੰਮ ਨੇ, ਇਹੀ ਇਹਨਾਂ ਦੇ ਲਾਭ ਨੇ ਇੱਕ ਤਰ੍ਹਾਂ ਤੋਂ। ਠੀਕ ਹੈ ਜੀ, ਇਹ ਇਹਨਾਂ ਦੇ ਫਾਇਦੇ ਹੀ ਆ, ਜਿਵੇਂ ਕਿ ਦੰਦਾਂ ਨੂੰ ਮਜ਼ਬੂਤ ਰੱਖਦਾ ਹੈ, ਇਹਦੇ ਲਾਭ ਹੀ ਹੋ ਗਿਆ। ਠੀਕ ਹੈ ਜੀ, ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਹੀ ਇਹ ਲਿਖ ਦੇਣਾ ਵਾ। ਅੱਗੇ ਘਾਟ ਨਾਲ ਹਾਨੀਆਂ, ਤਾਂ ਦੇਖੋ ਦੰਦਾਂ ਨੂੰ ਜਿਹੜਾ ਹੈਗਾ ਵਾ ਪੋਇਰੀਆ ਰੋਗ ਲੱਗ ਜਾਂਦਾ ਹੈ। ਠੀਕ ਹੈ ਜੀ, ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜ਼ਖਮ ਜਲਦੀ ਠੀਕ ਨਹੀਂ ਹੋ ਸਕਦੇ ਤੇ ਅਨੀਮੀਆ ਹੋ ਜਾਂਦਾ ਹੈ। ਠੀਕ ਹੈ ਜੀ, ਲਹੂ ਵਹਿਣਾ ਜਲਦੀ ਬੰਦ ਨਹੀਂ ਹੁੰਦਾ। ਠੀਕ ਹੈ ਜੀ, ਇਹਨਾਂ ਦੀ ਘਾਟ ਨਾਲ ਹਾਨੀਆਂ। ਠੀਕ ਹੈ ਜੀ, ਅਗਰ ਤੁਸੀਂ ਆਹ ਵਿਟਾਮਿਨ ਨਹੀਂ ਲਓਗੇ ਤਾਂ ਤੁਹਾਨੂੰ ਆਹ ਵਾਲੀ ਬਿਮਾਰੀਆਂ ਹੋ ਜਾਣਗੀਆਂ। ਠੀਕ ਹੈ ਜੀ, ਅਗਰ ਤੁਸੀਂ ਇਹ ਵਾਲੇ ਜਿਹੜੇ ਲੈਂਦੇ ਰਹੋਗੇ ਤਾਂ ਤੁਹਾਨੂੰ ਆਹ ਫਾਇਦੇ ਹੋਣਗੇ, ਜਿਵੇਂ ਕਿ ਜ਼ੁਕਾਮ ਤੋਂ ਬਚਾਊਗਾ, ਤੁਹਾਨੂੰ ਗਲੇ ਨੂੰ ਠੀਕ ਰੱਖਦਾ ਹੈ, ਤਾਂ ਇਹ ਫਾਇਦਾ ਹੋਵੇਗਾ, ਇਹ ਤੁਹਾਨੂੰ ਨੁਕਸਾਨ ਹੋਵੇਗਾ ਅਗਰ ਤੁਸੀਂ ਇਹ ਵਿਟਾਮਿਨ ਨਹੀਂ ਲਓਗੇ। ਤਾਂ ਪ੍ਰਾਪਤੀ ਦੇ ਸੋਮੇ ਕਿਵੇਂ ਤੁਸੀਂ ਇਸ ਵਿਟਾਮਿਨ ਨੂੰ ਪ੍ਰਾਪਤ ਕਰ ਸਕਦੇ ਹੋ। ਤਾਂ ਦੇਖੋ ਦੋਸਤੋ ਇਹ ਆਮ ਤੌਰ ਤੇ ਰਸਦਾਰ ਖੱਟੇ ਫਲਾਂ ਵਿੱਚ ਹੁੰਦਾ ਹੈ, ਜਿਵੇਂ ਕਿ ਸੰਤਰਾ, ਮਾਲਟਾ, ਮੌਸਮੀ, ਅੰਗੂਰ, ਅਨਾਰ, ਨਿੰਬੂ, ਅਮਰੂਦ ਅਤੇ ਔਲਾ ਆਦਿ। ਇਸ ਤੋਂ ਬਿਨਾਂ ਹਰੀਆਂ ਸਬਜ਼ੀਆਂ, ਟਮਾਟਰ, ਬੰਦ ਗੋਭੀ, ਗਾਜਰ, ਪਾਲਕ, ਸ਼ਲਗਮ ਆਦਿ ਵਿੱਚ ਵੀ ਮਿਲਦਾ ਹੈ। ਅੱਗੇ ਦੋਸਤੋ ਵਿਟਾਮਿਨ D। ਤਾਂ ਦੇਖੋ ਵਿਟਾਮਿਨ D ਦੇ ਕੰਮ ਹੇਠ ਲਿਖੇ ਅਨੁਸਾਰ ਹਨ, ਜਾਂ ਫਿਰ ਲਾਭ ਦੇਖ ਲਓ ਦੋਸਤੋ, ਇਹਦੀ ਗੱਲ ਇੱਕ ਹੀ ਆ। ਇਹ ਵਿਟਾਮਿਨ ਹੱਡੀਆਂ ਤੇ ਦੰਦਾਂ ਜਿਹੜਾ ਹੈਗਾ ਵਾ ਹੱਡੀਆਂ ਤੇ ਦੰਦ ਬਣਾਉਂਦਾ ਹੈ। ਠੀਕ ਹੈ ਜੀ, ਉਹਨਾਂ ਨੂੰ ਮਜ਼ਬੂਤ ਵੀ ਕਰਦਾ ਹੈ। ਬੱਚਿਆਂ ਨੂੰ ਸਰੀਰਕ ਵਾਧੇ ਲਈ ਇਸ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ। ਪ੍ਰਾਪਤੀ ਦੇ ਸੋਮੇ ਦੇਖੋ ਦੋਸਤੋ ਕੀ ਨੇ ਇਹਦੇ, ਇਹ ਦੁੱਧ, ਆਂਡੇ ਦੀ ਜਿਹੜੀ ਹੈਗੀ ਜਰਦੀ
ਆਪਣੇ ਮੱਖਣ ਘਿਓ ਮੱਛੀ ਦੇ ਤੇਲ ਆਦਿ ਵਿੱਚ ਬਹੁਤ ਹੁੰਦਾ ਹੈ। ਵਿਟਾਮਿਨ ਸੂਰਜ ਦੀਆਂ ਕਿਰਨਾਂ ਦੇ ਪ੍ਰਭਾਵ ਨਾਲ ਆਪਣੇ ਹੀ ਆਪ ਬਣਦਾ ਰਹਿੰਦਾ ਹੈ। ਘਾਟ ਨਾਲ ਹਾਨੀਆਂ ਤਾਂ ਦੇਖੋ ਦੋਸਤੋ ਕੀ ਨੇ, ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਅਗਰ ਇਹਦੀ ਵਿਟਾਮਿਨ ਦੀ ਕਮੀ ਹੋਏਗੀ ਤੁਹਾਨੂੰ ਦੰਦ ਠੀਕ ਸਮੇਂ 'ਤੇ ਨਹੀਂ ਨਿਕਲਦੇ, ਠੀਕ ਹੈ। ਮਿਰਗੀ ਹਿਸਟੀਰੀਆ ਅਤੇ ਜਿਹੜਾ ਹੈਗਾ ਵਾ ਸੌਖਾ ਹੋ ਜਾਂਦਾ ਹੈ, ਠੀਕ ਹੈ। ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ, ਠੀਕ ਹੈ। ਅਤੇ ਅੱਗੇ ਦੋਸਤੋ ਤੁਹਾਡਾ ਕੀ ਹੈ, ਵਿਟਾਮਿਨ ਈ। ਤਾਂ ਦੇਖੋ ਕੀ ਹੈ, ਵਿਟਾਮਿਨ ਈ ਦੇ ਕੰਮ ਹੇਠ ਲਿਖੇ ਹਨ। ਜਿਵੇਂ ਕਿ ਦੋਸਤੋ ਇਹ ਵਿਟਾਮਿਨ ਔਰਤਾਂ ਅਤੇ ਮਰਦਾਂ ਵਿੱਚ ਸੰਤਾਨ ਪੈਦਾ ਕਰਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਇਹ ਨਾਮਰਦੀ ਅਤੇ ਬਾਂਝਪਨ ਨੂੰ ਰੋਕਦਾ ਹੈ। ਘਾਟ ਨਾਲ ਹਾਨੀਆਂ ਤਾਂ ਦੋਸਤੋ ਇਹ ਫਿੰਸੀਆਂ ਨਿਕਲਦੀਆਂ ਹਨ ਇਸ ਨਾਲ, ਠੀਕ ਹੈ ਜੀ। ਬਾਂਝਪਨ ਰੋਗ ਹੋ ਜਾਂਦਾ ਹੈ। ਪ੍ਰਾਪਤੀ ਦੇ ਸਮੇਂ ਦੋਸਤੋ ਕੀ ਹੈ, ਇਹ ਜਿਹੜਾ ਹੈਗਾ ਦੋਸਤੋ ਬੰਦ ਗੋਭੀ, ਗਾਜਰ, ਸਲਾਦ, ਮਟਰ, ਪਿਆਜ਼, ਟਮਾਟਰ, ਫੁੱਲ ਗੋਭੀ ਵਿੱਚ ਹੁੰਦਾ ਹੈ। ਇਸ ਤੋਂ ਬਿਨਾਂ ਦੋਸਤੋ ਇਹ ਸ਼ਹਿਦ, ਕਣਕ, ਚੌਲ, ਬੀਜਾਂ ਦੇ ਤੇਲ, ਆਂਡੇ ਦੀ ਜਿਹੜੀ ਹੈਗੀ ਜਰਦੀ, ਬਦਾਮ, ਪਿਸਤੇ, ਛੋਲਿਆਂ ਦੀ ਦਾਲ ਦੇ ਦਲੀਏ ਵਿੱਚ ਜਿਹੜਾ ਹੈਗਾ ਵਾ ਬਹੁਤ ਜ਼ਿਆਦਾ ਹੁੰਦਾ ਹੈ। ਵਿਟਾਮਿਨ ਅੱਗੇ ਕੀ ਹੈ, ਵਿਟਾਮਿਨ ਕੇ। ਤਾਂ ਵਿਟਾਮਿਨ ਕੇ ਦੇ ਜਿਹੜੇ ਹੈਗਾ ਦੇਖੋ ਕੀ ਹੈ ਦੋਸਤੋ, ਇਹ ਵਿਟਾਮਿਨ ਜਿਹੜਾ ਹੈਗਾ ਵਾ ਜ਼ਖਮਾਂ ਵਿੱਚੋਂ ਰਿਸਦੇ ਖੂਨ ਨੂੰ ਰੋਕਦਾ ਹੈ, ਉਸਦੇ ਜਿਹੜਾ ਹੈਗਾ ਜਮਾਓ ਵਿੱਚ ਸਹਾਇਤਾ ਕਰਦਾ ਹੈ। ਇਹ ਚਮੜੀ ਤੇ ਰੋਗਾਂ ਨੂੰ ਰੱਖਿਅਕ ਕਰਦਾ ਹੈ। ਘਾਟ ਨਾਲ ਹਾਨੀਆਂ ਤਾਂ ਲਹੂ ਜਮਣ ਦੀ ਕਿਰਿਆ ਵਿੱਚ ਰੋਕ ਪੈਂਦੀ ਹੈ। ਅਗਰ ਇਹਦੀ ਕਮੀ ਹੋਏਗੀ ਤੁਹਾਨੂੰ ਚਮੜੀ ਦੇ ਰੋਗ ਲੱਗ ਜਾਂਦੇ ਹਨ। ਅਗਰ ਇਹਦੀ ਕਮੀ ਹੋਏਗੀ ਤੁਹਾਨੂੰ। ਪ੍ਰਾਪਤੀ ਦੇ ਸਮੇਂ ਕੀ ਹੈ, ਇਹ ਜ਼ਿਆਦਾਤਰ ਬੰਦ ਗੋਭੀ, ਪਾਲਕ, ਮੱਛੀ, ਸੋਇਆਬੀਨ, ਟਮਾਟਰ ਅਤੇ ਆਂਡੇ ਦੀ ਜਰਦੀ ਆਦਿ ਵਿੱਚ ਹੁੰਦਾ ਹੈ। ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ। ਅਗਲਾ ਦੋਸਤੋ ਆਪਣਾ ਆਖਰੀ ਪ੍ਰਸ਼ਨ ਆ, ਦੇਖੋ ਯੋਗ ਤੰਦਰੁਸਤੀ ਦਾ ਸਾਧਨ ਹੈ, ਇਸ ਕਥਨ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ, ਠੀਕ ਹੈ ਜੀ। ਤਾਂ ਦੇਖਦੇ ਆ ਦੋਸਤੋ, ਯੋਗ ਜਿਹੜਾ ਹੈਗਾ ਤੰਦਰੁਸਤੀ ਦਾ ਸਾਧਨ ਹੈ, ਇਸ ਬਾਰੇ ਜਿਹੜੇ ਹੈਗੇ ਆਪਣੇ ਵਿਚਾਰ ਦੱਸੋ। ਤਾਂ ਦੇਖੋ ਕੀ ਹੈ, ਯੋਗ ਦਾ ਸਭ ਤੋਂ ਵੱਡਾ ਉਦੇਸ਼ ਇਹ ਹੈ ਕਿ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਜਿਹੜਾ ਹੈਗਾ ਦ੍ਰਿੜ ਅਤੇ ਚੇਤਨ ਅਤੇ ਵਿਚਾਰ ਵਿੱਚ ਵਾਧਾ ਕਰਨਾ, ਠੀਕ ਹੈ ਜੀ। ਇਸ ਦੀਆਂ ਜਿਹੜੀਆਂ ਹੈਗੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ। ਸਭ ਤੋਂ ਪਹਿਲਾਂ ਦੋਸਤੋ, ਯੋਗ ਦੇ ਨਾਲ ਜਿਹੜਾ ਹੈਗਾ ਵਾ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਬੁਨਿਆਦੀ ਸ਼ਕਤੀਆਂ ਵਿਕਸਿਤ ਹੁੰਦੀਆਂ ਹਨ, ਠੀਕ ਹੈ ਜੀ। ਪ੍ਰਾਣਾਯਾਮ ਦੁਆਰਾ ਫੇਫੜਿਆਂ ਵਿੱਚ ਬਹੁਤ ਸਾਰੀ ਹਵਾ ਚਲੀ ਜਾਂਦੀ ਹੈ, ਜਿਸ ਨਾਲ ਫੇਫੜਿਆਂ ਦੀ ਕਸਰਤ ਹੁੰਦੀ ਹੈ। ਇਸ ਨਾਲ ਫੇਫੜਿਆਂ ਦਾ ਬਹੁਤ ਹੀ ਸਾਰੇ ਰੋਗ ਦੂਰ ਹੁੰਦੇ ਹਨ, ਠੀਕ ਹੈ। ਦੂਸਰਾ ਪੁਆਇੰਟ, ਯੋਗ ਅਭਿਆਸ ਕਰਨ ਨਾਲ ਦੋਸਤੋ ਸਰੀਰ ਜਿਹੜਾ ਹੈਗਾ ਪੂਰੀ ਤਰ੍ਹਾਂ ਸਵਸਥ ਰਹਿੰਦਾ ਹੈ। ਧੋਤੀ ਕਿਰਿਆ ਅਤੇ ਜਿਹੜਾ ਹੈਗਾ ਵਾ ਬਸਤੀ ਕਿਰਿਆ ਕਰਮਵਾਰ ਜਿਗਰ ਅਤੇ ਅੰਤੜੀਆਂ ਨੂੰ ਸਾਫ਼ ਰੱਖਦੀ ਹੈ। ਸਾਫ਼ ਸਰੀਰ ਸਦਾ ਹੀ ਦੋਸਤੋ ਨਿਰੋਗ ਰਹਿੰਦਾ ਹੈ। ਤੀਸਰਾ, ਯੋਗ ਕਰਨ ਨਾਲ ਦੋਸਤੋ ਸਰੀਰ ਮਜ਼ਬੂਤ ਬਣਦਾ ਹੈ। ਚੌਥਾ, ਯੋਗ ਅਭਿਆਸ ਕਰਨ ਨਾਲ ਸਰੀਰ ਅੰਗ ਜਿਹੜਾ ਹੈਗਾ ਲਚਕਦਾਰ ਬਣਦੇ ਹਨ, ਜਿਵੇਂ ਕਿ ਦੋਸਤੋ ਹਲ ਆਸਣ, ਠੀਕ ਹੈ ਜੀ। ਧਨੁਰ ਆਸਣ ਨਾਲ ਰੀੜ੍ਹ ਦੀ ਹੱਡੀ ਦੀ ਲਚਕ ਵੱਧਦੀ ਹੈ। ਪੰਜਵਾਂ, ਯੋਗ ਆਸਣ ਕਰਨ ਨਾਲ ਦੋਸਤੋ ਸਰੀਰ ਦੀਆਂ ਸਭ ਪ੍ਰਣਾਲੀਆਂ ਠੀਕ ਤਰ੍ਹਾਂ ਕੰਮ ਕਰਨ ਲੱਗਦੀਆਂ ਹਨ। ਛੇਵਾਂ, ਯੋਗ ਅਭਿਆਸ ਮਨੁੱਖ ਦੇ ਜਿਹੜੇ ਹੈਗਾ ਸਰੀਰ ਨੂੰ ਚੰਗੀ ਸਥਿਤੀ ਯਾਨੀ ਕਿ ਪੋਸਚਰ ਵਿੱਚ ਰੱਖਦੀਆਂ ਹਨ, ਠੀਕ ਹੈ ਜੀ, ਰੱਖਦਾ ਹੈ, ਜਿਸ ਨਾਲ ਦੋਸਤੋ ਜਿਹੜਾ ਹੈਗਾ ਉਸਦੇ ਵਿਅਕਤੀਤਵ ਵਿੱਚ ਜਿਹੜਾ ਹੈਗਾ ਨਿਖਾਰ ਆਉਂਦਾ ਹੈ। ਉਦਾਹਰਨ ਦੇ ਤੌਰ 'ਤੇ ਦੋਸਤੋ ਜਿਹੜਾ ਹੈਗਾ ਵਾ ਬ੍ਰਿਖ ਆਸਣ ਕਰਨ ਨਾਲ ਦੋਸਤੋ ਗੋਡੇ ਨਹੀਂ ਭਿੜਦੇ, ਅਤੇ ਪਦਮ ਆਸਣ ਕਰਨ ਨਾਲ ਦੋਸਤੋ ਨਾ ਹੀ ਪੇਟ ਅੱਗੇ ਵੱਲ ਨਿਕਲਦਾ ਹੈ ਅਤੇ ਨਾ ਹੀ ਦੋਸਤੋ ਮੋਢਿਆਂ ਵਿੱਚ ਜਿਹੜਾ ਹੈਗਾ ਕੁੰਭਾਪਨ ਆਉਂਦਾ ਹੈ। ਸੱਤਵਾਂ, ਯੋਗ ਆਸਣ ਕਰਨ ਨਾਲ ਦੋਸਤੋ ਜਿਹੜਾ ਹੈਗਾ ਮਾਨਸਿਕ ਅਨੁਸ਼ਾਸਨ ਆਉਂਦਾ ਹੈ। ਯਮ ਅਤੇ ਨਿਯਮ ਦੁਆਰਾ ਜਿਹੜਾ ਹੈਗਾ ਮਨੁੱਖੀ ਵਿਕਾਰਾਂ ਅਤੇ ਅਨੁਚਿਤ ਇੱਛਾਵਾਂ 'ਤੇ ਕੰਟਰੋਲ ਸਥਾਪਿਤ ਕਰਨ ਦੀ ਸ਼ਕਤੀ ਮਿਲਦੀ ਹੈ। ਅੱਠਵਾਂ, ਉਚਿਤ ਆਸਣ ਕਰਨ ਨਾਲ ਦੋਸਤੋ ਕਈ ਕਿਸਮ ਦੇ ਰੋਗ ਦੂਰ ਹੋ ਜਾਂਦੇ ਹਨ ਅਤੇ ਕਈ ਰੋਗਾਂ ਦੀ ਰੋਕਥਾਮ ਹੋ ਜਾਂਦੀ ਹੈ। ਵਜਰ ਆਸਣ ਅਤੇ ਜਿਹੜਾ ਹੈਗਾ ਦੋਸਤੋ ਮਤਸੀਏਂਦਰ ਆਸਣ ਜਿਹੜਾ ਹੈਗਾ ਦੋਸਤੋ ਸ਼ੂਗਰ ਰੋਗ ਨੂੰ ਠੀਕ ਕਰਦੇ ਹਨ। ਇਸ ਤਰ੍ਹਾਂ ਦੋਸਤੋ ਪ੍ਰਾਣਾਯਾਮ ਫੇਫੜਿਆਂ ਨੂੰ ਰੋਗ ਨਹੀਂ ਲੱਗਣ ਦਿੰਦਾ, ਠੀਕ ਹੈ ਜੀ। ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ। ਬਾਕੀ ਦੋਸਤੋ ਹੋਰ ਪੁਆਇੰਟ ਵੀ ਲਿਖੇ ਹੋਏ ਆ, ਜਿਵੇਂ ਕਿ 9ਵਾਂ ਪੁਆਇੰਟ ਦੇਖੋ ਕੀ ਹੈ, ਯੋਗ ਆਸਣ ਸਰੀਰਕ ਅਤੇ ਮਾਨਸਿਕ ਥਕਾਵਟ ਨੂੰ ਦੂਰ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦੇ ਹਨ। ਸਭ ਆਸਣ ਮਨੁੱਖ ਦੀ ਥਕਾਵਟ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦੇ ਹਨ। ਯੋਗ 10ਵਾਂ ਪੁਆਇੰਟ, ਯੋਗ ਕਰਨ ਨਾਲ ਬੁੱਧੀ ਵੀ ਤੇਜ਼ ਹੁੰਦੀ ਹੈ ਅਤੇ ਯਾਦ ਸ਼ਕਤੀ ਵੀ ਵੱਧਦੀ ਹੈ। ਇਸ ਗੱਲ ਲਈ ਜਿਹੜਾ ਹੈਗਾ ਵਾ ਸ਼ੀਰਸ਼ ਆਸਣ ਬਹੁਤ ਹੀ ਉਪਯੋਗੀ ਹੈ। ਅੱਗੇ ਯੋਗ ਅਭਿਆਸ 11ਵਾਂ ਪੁਆਇੰਟ, ਯੋਗ ਅਭਿਆਸ ਕਰਨ ਨਾਲ ਦੋਸਤੋ ਮਨੁੱਖ ਦੇ ਸਰੀਰ ਵਿੱਚ ਜਿਹੜਾ ਹੈਗਾ ਤਾਲ ਯਾਨੀ ਕਿ ਰਿਦਮ ਆ ਜਾਂਦਾ ਹੈ। ਇਸ ਨਾਲ ਸਰੀਰ ਦੀ ਸ਼ਕਤੀ ਸੰਜਮ ਨਾਲ ਖਰਚ ਹੁੰਦੀ ਹੈ। 12ਵਾਂ ਪੁਆਇੰਟ, ਯੋਗ ਆਸਣ ਸੰਤੁਲਨ ਅਤੇ ਪ੍ਰਸੰਨਤਾ ਪ੍ਰਾਪਤੀ ਦਾ ਸਰਬ ਉੱਤਮ ਆਸਣ ਹੈ। ਤਾਂ ਦੋਸਤੋ ਇੱਥੇ ਹੀ ਆਪਣਾ ਇਹ ਪੂਰੇ ਕੁਐਸਚਨ ਅਸੀਂ ਸੋਲਵ ਕਰ ਲਏ, ਠੀਕ ਹੈ ਜੀ। ਆਹ ਪੂਰਾ ਹੀ ਅਸੀਂ ਸੋਲਵ ਕਰ ਲਿਆ। ਉਸ ਤੋਂ ਬਾਅਦ ਦੋਸਤੋ ਆਹ ਇੰਗਲਿਸ਼, ਹਿੰਦੀ ਅਤੇ ਇੰਗਲਿਸ਼ ਮੀਡੀਅਮ ਦੇ ਵਿੱਚ ਦਿੱਤਾ ਹੋਇਆ ਵਾ, ਇਹ ਤੁਸੀਂ ਖੁਦ ਹੀ ਇਸ ਨੂੰ ਕਰਨਾ ਵਾ, ਠੀਕ ਹੈ। ਤੁਸੀਂ ਇਸ ਨੂੰ ਦੇਖ ਸਕਦੇ ਹੋ ਇੰਗਲਿਸ਼ ਅਤੇ ਹਿੰਦੀ ਮੀਡੀਅਮ ਵਾਲੇ, ਠੀਕ ਹੈ। ਆਪਾਂ ਪੰਜਾਬੀ ਦੇ ਵਿੱਚ ਕਰ ਲਿਆ ਵਾ ਇਹਨੂੰ। ਤੇ ਦੋਸਤੋ ਇਹ ਸੀਗਾ ਤੁਹਾਡੇ ਫਿਜ਼ੀਕਲ ਐਜੂਕੇਸ਼ਨ ਦਾ ਪਿਛਲੇ ਸਾਲ ਦਾ ਸਾਡੇ ਕੋਲ ਇੱਕ ਪੇਪਰ ਸੀਗਾ, ਅਸੀਂ ਇਸ ਨੂੰ ਪੂਰਾ ਹੀ ਸੋਲਵ ਕਰ ਲਿਆ। ਕਲਾਸ 10ਵੀਂ ਦਾ ਸੀਗਾ ਇਹ, ਠੀਕ ਹੈ ਜੀ। ਤਾਂ ਵੀਡੀਓ ਦੇ ਵਿੱਚ ਇੰਨਾ ਹੀ ਸੀਗਾ। ਅਗਰ ਤੁਹਾਡੀ ਬਸ ਦੋਸਤੋ ਅਗਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਇੰਸਟਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ। ਆਲ ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ।